आओ फिर प्रभु दे वचन दे विच असीं चलीए। असीं प्रभु दे वचन दे विच जिस वेले गए सी तां असीं इस नूं पहले भाग तो शुरू कीता सी। छोटा जिहा रिव्यू असीं जिहड़ा करांगे ਉਹ ਅਸੀਂ ਉਤਪਤ ਦੇ ਪਹਿਲੇ 8 ਚੈਪਟਰਾਂ ਦੇ ਵਿੱਚੋਂ ਦੀ ਹਲਕਾ ਜਿਹਾ ਗੁਜ਼ਰਾਂਗੇ ਔਰ ਅਸੀਂ ਦੇਖਾਂਗੇ ਕਿ ਅਸੀਂ ਕੀ ਕੁਝ ਪ੍ਰਭੂ ਦੇ ਵਚਨ ਦੇ ਵਿੱਚ ਦੇਖਿਆ ਹੁਣ ਤੱਕ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਿਸ ਵੇਲੇ ਗਏ ਤਾਂ ਅਸੀਂ ਸਭ ਤੋਂ ਪਹਿਲਾਂ ਪ੍ਰਭੂ ਦੀ ਰਚਨਾ ਦੇਖੀ। ਸਭ ਕੁਝ ਹਨੇਰਾ ਸੀ, ਕੁਝ ਵੀ ਨਹੀਂ ਸੀ, ਸੁੰਨ ਸੀ। और उस सुनसान दे विच पवित्र आत्मा ने और प्रभु दे शब्द ने सब चीज़ां दी रचना की। नाउ असी पहले 6 दिनां दे विच सब कुछ प्रभु नूं उत्पत करदा देखिया, जो साडियां अखां देख सकदियां, जो साडियां अखां नहीं देख सकदियां। और अजीब चीज़ ये है कि असी सब तो पहला प्रभु दे वचन दे विच रोशनी देखते हैं पर सूरज नहीं देखते। सो एक केड़ी रोशनी है जिहड़ी असीं देखी। सो असीं प्रभु दे वचन दे विच रेवलेशन दे 22वें भाग दे विच जावांगे। रेवलेशन दे 22वें भाग दे विच जावांगे और ये प्रभु दा शुक्र है कि ये सारियां चीज़ां जिसलिए असीं घर जाना, ये सारियां चीज़ां असीं देखणीਆਂ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਵਿਚਰਨਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਰਹਿਣਾ ਹੈ। ਸੋ ਇਹ ਜਿਹੜੀ ਸਭ ਤੋਂ ਪਹਿਲਾਂ ਅਸੀਂ ਰੋਸ਼ਨੀ ਦੇਖੀ ਉਹ ਕੌਣ ਸੀ? ਆਓ ਪ੍ਰਭੂ ਦੇ ਵਚਨ ਦੇ ਵਿੱਚ ਚਲੀਏ। ਮੇਰੇ ਨਾਲ 22ਵਾਂ ਭਾਗ 491 ਪੇਜ ਪਿਛਲੇ ਪਾਸਿਓਂ ਅਖੀਰ ਦੇ ਵਿੱਚੋਂ ਔਰ 22ਵਾਂ ਭਾਗ ਉਸ ਦੀ 1 ਆਇਤ ਤੋਂ ਲੈ ਕੇ ਉਸ ਦੀ 5 ਆਇਤ ਤੱਕ ਕੋਈ ਜਣਾ ਪੜ੍ਹਦਾ ਹੈ। मैं पढ़ती नहीं पास गो अहेड जय मसीह सारिਆਂ ਨੂੰ। ਫਿਰ ਉਸਨੇ ਮੈਨੂੰ ਜੀਵਨ ਦੇ ਪਾਣੀ ਦਾ ਦਰਿਆ ਦਿਖਾਇਆ ਜਿਸ ਦੀ ਚਮਕ ਬਲੌਰ ਦੀ ਤਰ੍ਹਾਂ ਸੀ ਅਤੇ ਜੋ ਪਰਮੇਸ਼ਰ ਦੇ ਅਤੇ ਮੇਮਣੇ ਦੇ ਤਖਤ ਤੋਂ ਨਿਕਲ ਰਿਹਾ ਸੀ। ਸ਼ਹਿਰ ਦੇ ਚੌਕ ਅਤੇ ਦਰਿਆ ਦੇ ਇਸ ਪਾਰ ਅਤੇ ਉਸ ਪਾਰ ਜੀਵਨ ਦਾ ਰੁੱਖ ਸੀ ਜਿਸ ਨੂੰ 12 ਤਰ੍ਹਾਂ ਦੇ ਫਲ ਲੱਗਦੇ ਸਨ, ਅਰਥਾਤ ਉਹ ਹਰ ਮਹੀਨੇ ਫਲਦਾ ਸੀ। ਉਸ ਰੁੱਖ ਦੇ ਪੱਤਿਆਂ ਨਾਲ ਕੌਮਾਂ ਨੂੰ ਤੰਦਰੁਸਤੀ ਮਿਲਦੀ ਸੀ। ਅੱਗੇ ਕੋਈ ਵੀ ਕਿਸੇ ਤਰ੍ਹਾਂ ਦੇ ਸਰਾਪ ਹੇਠ ਨਹੀਂ ਹੋਵੇਗਾ। ਪਰਮੇਸ਼ਰ ਅਤੇ ਮੇਮਣੇ ਦਾ ਤਖਤ ਉੱਥੇ ਹੋਵੇਗਾ ਅਤੇ ਉਸ ਦੇ ਦਾਸ ਉਸ ਦੀ ਉਪਾਸਨਾ ਕਰਨਗੇ। ਉਹ ਉਸ ਦਾ ਚਿਹਰਾ ਦੇਖਣਗੇ ਅਤੇ ਉਸ ਦਾ ਨਾਂ ਉਹਨਾਂ ਦੇ ਮੱਥਿਆਂ ਤੇ ਲਿਖਿਆ ਹੋਵੇਗਾ। ਤਦ ਰਾਤ ਨਾਂ ਦੀ ਕੋਈ ਚੀਜ਼ ਨਹੀਂ ਹੋਵੇਗੀ, ਇਸ ਲਈ ਉਹਨਾਂ ਨੂੰ ਕਿਸੇ ਲੈਂਪ ਜਾਂ ਸੂਰਜ ਦੀ ਵੀ ਕੋਈ ਲੋੜ ਨਹੀਂ ਹੋਵੇਗੀ। ਪਰਮੇਸ਼ਰ ਆਪ ਉਹਨਾਂ ਨੂੰ ਚਾਨਣ ਦੇਵੇਗਾ ਅਤੇ ਉਹ ਅਨੰਤ ਕਾਲ ਤੱਕ ਰਾਜ ਕਰਨਗੇ। ਆਮੀਨ। अनंत काल तक चानन राज करनगे। और प्रभु के वचन दे विच दूजी जगह ते सानू ये दस्या गया कि परमेश्वर दा मेमना आप उथे दा चानन, वो आप चानन। सो इस करके उत्थे सूरज दी कोई जरूरत नहीं। उत्थे वो चानन जिहड़ा प्रभु ने सब तो पहला किया सी चानन। सो देखो किस तरह असी उतपत दियां शुरू दियां लाइनां च ये देखते पे हैं, उधरों असी प्रकाश की पोथी दियां अंतम लाइनां दे विच ओही चानन देखते पे। किदां प्रभु दा शब्द जिहड़ा है ओह असी जिस वेले प्रभु दे शब्द दे विच जाने आ, किस तरह प्रभु दा शब्द उतपत तो लैके प्रकाश की पोथी तक बिल्कुल इस दे विच एक सेहत चल रही। विचार दा किते भी असी उतां या थां हुंदा नहीं देखते पे। और इहदे विच असी ये देखते पे हैं कि प्रभु दा चानन साडे नाल। और वो चानन असी अखीर दे विच देखना कि वो चानन किस तरह दा चानन। हुण तां असी सूरज देखते हैं, चंद्रमा देखते हैं, लेकिन फिर असी वो चानन देखना, उस चानन दे विच असी विचरना जो प्रभु आप। और जिस वेले असी इस दे विच अगे वधदे पे हैं तां असी सारी जिहड़ी प्रभु दी बाकी दियां उसने हर एक चीज दी रचना की। उसने समुंदर, उसने धरती ते समुंदर नूं वंडिया और सारे जिहड़ी इस दे उत्ते सृष्टि ते जिहड़ियां चीज़ां ओह लाइयां। फिर असी देखते पे हैं उसने जोतां बनाईयां दिन दे लई, रात दे लई। और फिर उस तो बाद असी प्रभु दे वचन दे विच देखते हैं कि उसने सब जीव जंतु बनाए और फिर अंत दे विच उसने मनुख दी रचना की।
ਔਰ ਸਾਰੀਆਂ ਚੀਜ਼ਾਂ ਦੀ ਇੱਥੇ ਰਚਨਾ ਹੋ ਰਹੀ ਹੈ। ਇੱਥੇ ਜਿਹੜਾ ਸਾਡਾ ਧਿਆਨ ਆ ਸਾਰੀਆਂ ਚੀਜ਼ਾਂ ਦੇ ਉੱਤੇ, ਲੇਕਿਨ ਜਿੱਦਾਂ ਹੀ ਅਸੀਂ ਦੂਸਰੇ ਚੈਪਟਰ ਦੇ ਵਿੱਚ ਪਹੁੰਚ ਗਏ ਹਾਂ ਤੇ ਬਾਕੀ ਚੀਜ਼ਾਂ ਤੋਂ ਧਿਆਨ ਹਟਾ ਦਿੱਤਾ ਗਿਆ। ਉਹਨਾਂ ਦੀ ਰਚਨਾ ਹੋ ਚੁੱਕੀ ਹੈ, ਉਹਨਾਂ ਦੀ ਰਚਨਾ ਹੋ ਚੁੱਕੀ ਹੈ, ਕਿਉਂਕਿ ਉਹ ਮਾਨਵ ਦੇ ਲਈ ਸਾਰੀਆਂ ਚੀਜ਼ਾਂ ਰਚੀਆਂ ਗਈਆਂ, ਇਨਸਾਨ ਦੇ ਲਈ ਸਾਰੀਆਂ ਚੀਜ਼ਾਂ ਰਚੀਆਂ ਗਈਆਂ। ਸੋ ਪ੍ਰਭੂ ਨੇ ਸਾਡਾ ਧਿਆਨ ਉਹਦੇ ਤੋਂ ਹਟਾਤਾ। ਔਰ ਜਿਹੜੇ ਪਹਿਲੇ ਚੈਪਟਰ ਦੀ ਜਿਹੜੀ ਅਖੀਰਲੀ ਜਿਹੜੀ ਆਇਤ ਸੀਗੀ ਕਿ ਉਸਨੇ ਪ੍ਰਭੂ ਪਰਮੇਸ਼ਵਰ ਨੇ ਆਦਮੀ ਔਰ ਔਰਤ ਨੂੰ ਰਚਿਆ, ਫਿਰ ਪ੍ਰਭੂ ਨੇ ਸਾਡਾ ਧਿਆਨ ਉਸਦੇ ਵੱਲ ਪ੍ਰਭੂ ਦਾ ਵਚਨ ਲੈ ਕੇ ਜਾਂਦਾ ਕਿ ਆਦਮੀ ਔਰ ਔਰਤ ਨੂੰ ਪ੍ਰਭੂ ਨੇ ਕਿਸ ਤਰ੍ਹਾਂ ਰਚਿਆ। ਸੋ ਜਿਸ ਵੇਲੇ ਅਸੀਂ ਦੂਸਰੇ ਚੈਪਟਰ ਦੇ ਵਿੱਚ ਜਾਂਦੇ ਹਾਂ, ਦੂਸਰੇ ਚੈਪਟਰ ਦੇ ਵਿੱਚ ਸਾਨੂੰ ਇਹ ਦਿਖਾਇਆ ਜਾਂਦਾ ਕਿ ਪ੍ਰਭੂ ਨੇ ਸਾਰੀਆਂ ਚੀਜ਼ਾਂ ਰਚ ਕੇ 7ਵੇਂ ਦਿਨ ਆਰਾਮ ਕੀਤਾ ਔਰ ਉਸਨੂੰ ਅਸੀਸਤ ਕੀਤਾ। ਔਰ ਉਸਨੇ ਇਹੋ ਹੀ ਹੁਕਮ ਸਾਨੂੰ ਦਿੱਤਾ ਕਿ ਪ੍ਰਭੂ ਨੇ ਈਵਨ ਅੱਗੇ ਜਾ ਕੇ ਵੀ ਅਸੀਂ ਦੇਖਣਾ ਕਿ ਇਸ ਦਿਨ ਦੇ ਪ੍ਰਭੂ ਦੇ ਲਈ ਇਸ ਦਿਨ ਦੀ ਕਿੰਨੀ ਵੱਡੀ ਯੋਜਨਾ ਹੈ। ਲੇਕਿਨ ਅਸੀਂ ਫਿਰ ਦੇਖਦੇ ਹਾਂ ਕਿ ਅਦਨ ਦਾ ਬਾਗ ਪ੍ਰਭੂ ਨੇ ਲਾਇਆ, ਸਾਰੀਆਂ ਚੀਜ਼ਾਂ ਦੀ ਉਸ ਦੇ ਵਿੱਚ ਰਚਨਾ ਕੀਤੀ, ਉਸ ਦੇ ਵਿੱਚ ਉਸਨੇ ਭਲੇ ਔਰ ਜਿਹੜਾ 2 ਦਰਖਤ ਲਾਏ, ਜੀਵਨ ਦਾ ਰੁੱਖ ਲਾਇਆ ਔਰ ਭਲੇ ਔਰ ਬੁਰੇ ਦਾ ਜਾਣਨ ਦਾ, ਨੌਲੇਜ ਦਾ, ਬੇਸਿਕਲੀ ਨੌਲੇਜ ਦਾ ਉਸਨੇ ਇੱਕ ਦਰਖਤ ਲਾਇਆ ਔਰ ਇਨਸਾਨ ਨੂੰ ਉਸਦੇ ਬਾਰੇ ਸਮਝਾਇਆ ਕਿ ਤੂੰ ਕਿਉਂ ਨਹੀਂ ਖਾਣਾ। ਉਹਦਾ ਅਸੀਂ ਅਖੀਰ ਪੜ੍ਹਦੇ ਹਾਂ ਕਿ ਅੰਤ ਪੜ੍ਹਦੇ ਹਾਂ ਅਖੀਰਲੀ ਲਾਈਨ ਦਾ ਕਿ ਇਹ ਜੇ ਤੂੰ ਖਾਏਂਗਾ ਤਾਂ ਮਰ ਜਾਏਗਾ। ਲੇਕਿਨ ਉਹਦੇ ਵਿੱਚ ਪ੍ਰਭੂ ਨੇ ਉਸਨੂੰ ਸਾਰੀਆਂ ਚੀਜ਼ਾਂ ਸਮਝਾਈਆਂ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਸਾਨੂੰ ਹਰ ਇੱਕ ਚੀਜ਼ ਉਸਦੀ ਡੂੰਘਾਈ ਤੱਕ ਸਮਝਾਈ। ਇੱਥੇ ਤੱਕ ਜਿਸ ਵੇਲੇ ਉਹਨਾਂ ਨੇ ਸਾਨੂੰ ਨਮਰਤਾ ਦੇ ਬਾਰੇ ਸਿਖਾਇਆ ਔਰ ਉਸਦੇ ਵਿੱਚ ਬਹੁਤ ਕੁਛ ਆ, ਲੇਕਿਨ ਉਸ ਦੇ ਵਿੱਚ ਇੱਕ ਲੈਸਨ ਨਮਰਤਾ ਦਾ ਸੀ। ਤਾਂ ਉਸਨੇ ਆਪ ਆਪਣੇ ਚੇਲਿਆਂ ਦੇ ਪੈਰ ਧੋਤੇ ਔਰ ਫਿਰ ਕਿਹਾ ਤੁਸੀਂ ਇਸ ਤਰ੍ਹਾਂ ਕਰਿਆ ਕਰੋ। ਇਸੇ ਤਰ੍ਹਾਂ ਪ੍ਰਭੂ ਨੇ ਆਦਮ ਨੂੰ ਸਾਰੀਆਂ ਚੀਜ਼ਾਂ ਸਮਝਾਈਆਂ ਔਰ ਉਸਨੂੰ ਫਿਰ ਦੱਸਿਆ ਕਿ ਅਗਰ ਤੂੰ ਫਿਰ ਵੀ ਇਸ ਨੂੰ ਖਾਏਗਾ ਤੇ ਤੂੰ ਮਰ ਜਾਏਗਾ। ਲੇਕਿਨ ਉਸ ਤੋਂ ਬਾਅਦ ਫਿਰ ਪ੍ਰਭੂ ਨੇ ਉਸਦੇ ਉੱਤੇ ਕਿਰਪਾ ਕੀਤੀ ਕਿ ਉਸਦੇ ਸਾਹਮਣੇ ਵੀ ਉਸਨੇ ਸਾਰੇ ਜਾਨਵਰ ਕੱਢੇ, ਉਸਨੇ ਉਸਦਾ ਨਾਂ ਰੱਖਿਆ, ਪਰ ਉਸਦੇ ਆਪਣੇ ਲਈ ਉਹਨਾਂ ਦੇ ਵਿੱਚ ਕੋਈ ਨਹੀਂ ਸੀ। ਇੱਕ ਅਜੀਬ ਚੀਜ਼ ਪ੍ਰਭੂ ਨੇ ਬਣਾਈ ਇਨਸਾਨ ਦੇ ਵਿੱਚ ਕਿ ਜਿਹੜੇ ਜਾਨਵਰ ਆ ਉਹਦੇ ਤੋਂ ਇੱਕ ਸਤਰ ਨੀਵੇਂ ਆ। ਸੋ ਉਹਨਾਂ ਵਿੱਚੋਂ ਨਹੀਂ ਉਹ ਚੁਣ ਸਕਦਾ ਆਪਣਾ ਸਾਥੀ, ਔਰ ਜਿਹੜੇ ਐਂਜਲ ਆ ਉਹ ਇੱਕ ਸਤਰ ਉੱਤੇ ਆ, ਉਹਨਾਂ ਵਿੱਚੋਂ ਨਹੀਂ ਚੁਣ ਸਕਦਾ। ਸੋ ਪ੍ਰਭੂ ਨੇ ਉਸ ਦੇ ਲਈ ਉਸ ਦਾ ਜੀਵਨ ਸਾਥੀ ਬਣਾਇਆ ਔਰ ਉਸ ਦੇ ਵਿੱਚੋਂ ਬਣਾਇਆ ਔਰ ਇਹ ਸਾਨੂੰ ਦੱਸਿਆ। ਇੱਥੇ ਸਾਨੂੰ ਫਿਰ ਪਤਾ ਲੱਗਦਾ ਕਿ ਪ੍ਰਭੂ ਨੇ ਆਦਮ ਔਰ ਹਵਾ, ਆਦਮੀ ਔਰ ਉਸਦੀ ਪਤਨੀ ਦੀ ਰਚਨਾ ਕਿਸ ਤਰ੍ਹਾਂ ਕੀਤੀ। ਜਿੱਦਾਂ ਹੀ ਅਸੀਂ ਤੀਸਰੇ ਚੈਪਟਰ ਦੇ ਵਿੱਚ ਪਹੁੰਚੇ, ਤੀਸਰੇ ਚੈਪਟਰ ਦੇ ਵਿੱਚ ਅਸੀਂ ਇਹ ਦੇਖਦੇ ਪਏ ਹਾਂ ਕਿ ਉਹਨਾਂ ਦੇ ਉੱਤੇ ਇੱਕ ਇਮਤਿਹਾਨ ਆ ਗਿਆ। ਉਹ ਇਮਤਿਹਾਨ ਇਹ ਆ ਕਿ ਜਿਹੜਾ ਸ਼ੈਤਾਨ ਆ ਉਸਨੇ ਇੱਕ ਆਪਣਾ ਰੂਪ ਧਾਰਿਆ ਔਰ ਉਸ ਦੇ ਵਿੱਚ ਉਹ ਆਇਆ ਔਰ ਉਸਨੇ ਉਸਨੂੰ ਕਿਹਾ ਕਿ ਕੀ ਇਹ ਸੱਚ ਆ ਕਿ ਤੁਹਾਨੂੰ ਪ੍ਰਭੂ ਨੇ ਕੋਈ ਚੀਜ਼ ਨਾ ਖਾਣ ਦੇ ਲਈ ਜਾਂ ਤੁਹਾਨੂੰ ਮਨਾਹੀ ਕੀਤੀ ਗਈ ਕਿਸੇ ਚੀਜ਼ ਦੇ ਲਈ। ਤਾਂ ਉਸਨੇ ਕਿਹਾ ਕਿ ਹਾਂ, ਅਸੀਂ ਇੱਕ ਚੀਜ਼ ਨਹੀਂ ਖਾ ਸਕਦੇ, ਸਾਨੂੰ ਉਹ ਜਿਹੜਾ ਭਲੇ ਤੇ ਬੁਰੇ ਦਾ ਜਿਹੜਾ ਦਰਖਤ, ਜਿਹੜਾ ਨੌਲੇਜ ਦਾ ਦਰਖਤ, ਅਸੀਂ ਉਸਨੂੰ ਛੂ ਵੀ ਨਹੀਂ ਸਕਦੇ। ਸੋ ਕਿਉਂਕਿ ਉਹਨਾਂ ਨੇ ਪ੍ਰਭੂ ਦੇ ਵਚਨ ਦੇ ਵਿੱਚ ਐਡ ਕੀਤਾ ਔਰ ਉਹਨਾਂ ਨੇ ਪ੍ਰਭੂ ਦੀ ਦਿੱਤੀ ਹੋਈ ਬਰਕਤ ਨੂੰ ਸਿਰਫ ਇੱਕੋ ਲਾਈਨ ਦੇ ਵਿੱਚ ਕਿਹਾ ਕਿ ਹਾਂ, ਬਾਕੀ ਦੀ ਚੀਜ਼ਾਂ ਸਾਰੀਆਂ ਖਾ ਸਕਦੇ, ਪਰ ਉਹ ਜਿਹੜਾ ਦਰਖਤ ਉਹਨੂੰ ਅਸੀਂ ਛੂ ਵੀ ਨਹੀਂ ਸਕਦੇ। ਜਿਸ ਦਿਨ ਅਸੀਂ ਛੂਵਾਂਗੇ ਅਸੀਂ ਮਰ ਜਾਵਾਂਗੇ। ਤਾਂ ਉਸਨੇ ਕਿਹਾ ਨਹੀਂ, ਤੁਸੀਂ ਨਹੀਂ ਮਰੋ,
ਔਰ ਅਸੀਂ ਉੱਥੇ ਦੇਖਦੇ ਕਿ ਕਿਸ ਤਰ੍ਹਾਂ ਉਸਨੇ ਕਿੱਦਾਂ ਉਸਨੇ ਉਹਨਾਂ ਨੂੰ ਆਪਣੇ ਗੇੜੇ ਦੇ ਵਿੱਚ ਲੈ ਲਿਆ। ਕਿਉਂਕਿ ਜੇ ਉਹ ਪਹਿਲੇ ਕੁਐਸਚਨ ਦੇ ਉੱਤੇ ਉਹਨੂੰ ਕਹਿ ਦਿੰਦੇ ਕਿ ਪ੍ਰਭੂ ਦਾ ਸ਼ੁਕਰ ਆ ਔਰ ਸ਼ੁਕਰਗੁਜ਼ਾਰੀਆਂ ਗਿਣਦੇ ਕਿ ਪ੍ਰਭੂ ਦਾ ਸ਼ੁਕਰ ਅਸੀਂ ਇਹਦਾ ਵੀ ਖਾ ਸਕਦੇ ਹਾਂ, ਆਹ ਵੀ ਖਾ ਸਕਦੇ ਹਾਂ, ਉਹ ਵੀ ਖਾ ਸਕਦੇ। ਤੂੰ ਕਦੀ ਰੋਕ ਖਾਤਾ? ਖਾ ਕੇ ਦੇਖੀ ਕਿਸੇ ਨੇ, ਰੀਅਲੀ ਗੁੱਡ, ਤਾਂ ਉਹਦਾ ਮੂੰਹ ਬੰਦ ਕਰ ਸਕਦੇ ਸੀ ਸ਼ੁਕਰਗੁਜ਼ਾਰੀਆਂ ਦੇ ਨਾਲ। ਲੇਕਿਨ ਨਹੀਂ, ਉਹ ਜਿਸ ਵੇਲੇ ਅਸੀਂ ਸਿਰਫ ਆਪਣੀ ਮੁਸੀਬਤ ਦੇ ਵੱਲ ਦੇਖ ਰਹੇ ਹੁੰਦੇ ਹਾਂ ਔਰ ਪ੍ਰਭੂ ਨੇ ਜਿਹੜੇ ਸਾਡੇ ਲਈ ਵੱਡੇ ਵੱਡੇ ਕੰਮ ਕੀਤੇ ਹੁੰਦੇ ਉਹਨਾਂ ਨੂੰ ਭੁੱਲ ਜਾਂਦੇ ਆ, ਤਾਂ ਫਿਰ ਉਸ ਵੇਲੇ ਵੈਰੀ ਨੂੰ ਮੌਕਾ ਮਿਲਦਾ, ਉਸ ਵੇਲੇ ਉਸਨੂੰ ਮੌਕਾ ਮਿਲਦਾ, ਫਿਰ ਉਹਦੇ ਵਿੱਚ ਉਹ ਐਂਟਰ ਕਰਦਾ, ਉਹਦੇ ਵਿੱਚ ਉਸ ਆਪਣੀ ਫਿਰ ਆਪਣਾ ਜਿਹੜਾ ਉਹ ਕੰਮ ਚਲਾਉਂਦਾ ਹੈ। ਸੋ ਉਹਨਾਂ ਨੇ ਉਹੀ ਕੀਤਾ ਕੰਮ ਜੋ ਪ੍ਰਭੂ ਨੇ ਮਨਾ ਕੀਤਾ ਸੀ, ਔਰ ਉਸਨੇ ਕਿਹਾ ਕਿ ਨਹੀਂ, ਤੁਸੀਂ ਮਰੋਗੇ ਨਹੀਂ। ਜਿਸ ਦਿਨ ਤੁਸੀਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਔਰ ਤੁਸੀਂ ਪਰਮੇਸ਼ਵਰ ਦੇ ਵਾਂਗ ਹੋ ਜਾਓਗੇ, ਪਰਮੇਸ਼ਵਰ ਦੇ ਵਾਂਗ ਹੋ ਜਾਓਗੇ। ਉਹ ਜਿਹੜਾ ਸਾਨੂੰ ਅੱਜ ਤੱਕ ਜਿਹੜੀ ਸਾਡੀ ਤੀਜੀ ਅੱਖ ਖੋਲਦੇ ਪਏ, ਤੇਰੀ ਅੱਖ ਖੋਲ, ਉਹ ਜਿਹੜੇ ਚੱਕਰ ਸਾਨੂੰ ਪਏ ਆ ਉਹ ਸ਼ੁਰੂ ਤੋਂ ਸਾਡੇ ਨਾਲ ਚੱਲਦੇ ਪਏ, ਕੋਈ ਨਵੀਂ ਚੀਜ਼, ਕੋਈ ਨਵੀਂ ਚੀਜ਼। ਉਹ ਹੀ ਆ ਕਿ ਫਲਾਣੇ ਦੇ ਉਹਦੀ ਕਿਸੇ ਦੀ ਤੀਜੀ ਅੱਖ ਖੁੱਲੀ ਹੋਆ ਤੇ ਕੋਈ ਤੁਹਾਡੀ ਤੀਜੀ ਅੱਖ ਖੋਲ ਸਕਦਾ, ਉਹ ਚੱਕਰ ਹਾਲੇ ਵੀ ਚੱਲਦੇ ਪਏ, ਉੱਥੋਂ ਹੀ ਸ਼ੁਰੂ ਹੋਏ ਸਨ। ਸੋ ਅੱਖਾਂ ਤਾਂ ਖੁੱਲ ਗਈਆਂ, ਲੇਕਿਨ ਤਨ, ਮਨ, ਆਤਮਾ ਤਿੰਨੋਂ ਹੀ ਨੰਗੇ ਹੋ ਗਏ। ਔਰ ਅਸੀਂ ਜੋ ਅੱਜ ਇਨਸਾਨ ਕਰਦਾ ਪਿਆ, ਕਿ ਕਿਸੇ ਨੇ ਆਪਣੇ ਆਪ ਨੂੰ ਚਿੱਟੇ ਕੱਪੜਿਆਂ 'ਚ ਲਪੇਟਿਆ, ਕਿਸੇ ਨੇ ਹਰਿਆਂ 'ਚ ਲਪੇਟਿਆ, ਕਿਸੇ ਨੇ ਲਾਲ 'ਚ ਲਪੇਟਿਆ, ਕਿਸੇ ਨੇ ਕਿਸੇ ਚੀਜ਼ 'ਚ ਲਪੇਟਿਆ, ਤਾਂ ਉਹਨਾਂ ਨੇ ਆਪਣੇ ਆਪ ਨੂੰ ਪੱਤਿਆਂ 'ਚ ਲਪੇਟ ਲਿਆ। ਇਹ ਵੀ ਕੰਮ ਅੱਜ ਤੱਕ ਚੱਲਦੇ ਪਏ। ਸੋ ਉੱਥੋਂ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਉਹਨਾਂ ਦੇ ਕੋਲ ਆਇਆ, ਪ੍ਰਭੂ ਨੇ ਉਹਨਾਂ ਨੂੰ ਪੁੱਛਿਆ ਔਰ ਉਹਨਾਂ ਨੇ ਸਾਰਾ ਜਿਹੜਾ ਇਲਜ਼ਾਮ ਸੀ ਪ੍ਰਭੂ ਦੇ ਉੱਤੇ ਪਾ ਦਿੱਤਾ। ਔਰ ਉਸਨੇ ਕਿਹਾ ਕਿ ਆ ਜਿਹੜੀ ਔਰਤ ਤੂੰ ਮੈਨੂੰ ਦਿੱਤੀ ਆ, ਇਹਨੇ ਮੈਨੂੰ ਦਿੱਤਾ, ਮੈਂ ਖਾ ਲਿਆ। ਔਰ ਔਰਤ ਨੇ ਕਿਹਾ ਜਿਹੜਾ ਸ਼ੈਤਾਨ, ਜਿਹੜਾ ਸੱਪ ਸੀ, ਉਹਨੇ ਮੈਨੂੰ ਕਿਹਾ, ਮੈਂ ਖਾ ਲਿਆ। ਔਰਤ ਵੀ ਤੇਰੀ ਬਣਾਈ ਹੋਆ ਤੇ ਸੱਪ ਵੀ ਤੇਰਾ ਬਣਾਇਆ, ਸੋ ਕਸੂਰਵਾਰ ਤੂੰ ਹੀ। ਸੋ ਇਹ ਜਿਹੜਾ ਸ਼ੈਤਾਨ ਨੂੰ ਇਲਜ਼ਾਮ ਦੇਣਾ, ਇਹ ਨਾ ਉੱਥੇ ਚੱਲਿਆ ਨਾ ਅੱਜ ਚੱਲਦਾ। ਉਹਨਾਂ ਦੋਨਾਂ ਚੋਂ ਕਿਸੇ ਨੇ ਵੀ ਆਪਣੀ ਰਿਸਪੋਂਸਿਬਿਲਿਟੀ ਨਹੀਂ ਲਈ। ਉੱਥੋਂ ਅਸੀਂ ਉਹਨਾਂ ਦਾ ਜਿਹੜਾ ਸਰਾਫ ਆ ਉਹ ਦੇਖਦੇ ਪਏ ਹਾਂ। ਪ੍ਰਭੂ ਨੇ ਉਹਨਾਂ ਨੂੰ ਸਰਾਫ ਦਿੱਤਾ ਔਰ ਉਹਨਾਂ ਨੇ ਪਹਿਲੀ ਵਾਰੀ ਪ੍ਰਭੂ ਦੇ ਵਚਨ 'ਚ ਅਸੀਂ ਦੇਖਦੇ ਪਏ ਹਾਂ ਕਿ ਉਹਨਾਂ ਨੇ ਇੱਕ ਜਾਨਵਰ ਮਰਨਾ ਦੇਖਿਆ। ਪੱਤਿਆਂ ਦੇ ਵਿੱਚ ਉਹ ਆਪਣੇ ਆਪ ਨੂੰ ਲਪੇਟ ਕੇ ਲੁਕੋ ਨਹੀਂ ਸੀ ਸਕਦੇ, ਲਹੂ ਦੀ ਬਲੀ ਜ਼ਰੂਰੀ ਸੀ, ਲਹੂ ਦੀ ਬਲੀ ਜ਼ਰੂਰੀ ਸੀ। ਉਹਨਾਂ ਨੇ ਪਹਿਲੀ ਵਾਰੀ ਪਛਤਾਵੇ ਦੀ ਬਲੀ ਜਿਹੜੀ ਸੀ ਉਹਨਾਂ ਦੇ ਅੱਖਾਂ ਦੇ ਮੂਹਰੇ ਦਿੱਤੀ ਗਈ ਔਰ ਉਸ ਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਛੁਪਾਇਆ। ਉਹਨਾਂ ਦੀ ਆਪਣੀ ਮਾਸੂਮੀਅਤ ਜਾਂਦੀ ਰਹੀ, ਲੇਕਿਨ ਪ੍ਰਭੂ ਨੇ ਉਹਨਾਂ ਨੂੰ ਇੱਕ ਮਾਸੂਮ ਦੇ ਕੱਪੜਿਆਂ ਦੇ ਵਿੱਚ ਲਪੇਟਿਆ, ਉਹਨਾਂ ਦੀ ਖੱਲ ਦੇ ਕੱਪੜੇ ਬਣਾ ਕੇ ਉਹਨਾਂ ਨੂੰ ਪਾ ਦਿੱਤੇ। ਔਰ ਅਸੀਂ ਕੀ ਦੇਖਦੇ ਪਏ ਹਾਂ ਕਿ ਉਸ ਦਰਖਤ ਦੇ ਆਲੇ ਦੁਆਲੇ ਜੋ ਜੀਵਨ ਦਾ ਰੁੱਖ ਸੀ, ਉਹਦੇ ਆਲੇ ਦੁਆਲੇ ਪ੍ਰਭੂ ਨੇ ਪਹਿਰਾ ਲਾ ਦਿੱਤਾ। ਚੌਥੇ ਚੈਪਟਰ ਦੇ ਵਿੱਚ ਅਸੀਂ ਦੇਖਦੇ ਕਿ ਉਹਨਾਂ ਦੇ ਘਰ ਪੁੱਤਰ ਹੋਇਆ, ਜਿਸ ਦਾ ਨਾਮ ਕਾਇਨ ਰੱਖਿਆ,
एक होर पुत्र ने जन्म लिया जिसका नाम उन्होंने हाबल रखिया। वो जिसले अपनी उम्र के उत्ते आए तो उन्होंने पहली बारी प्रभु के अगे बलि दी। एक ने अपनी मर्जी के अनुसार दी, दूजे ने प्रभु के दसे अनुसार दी। एक ने बलि दी कि प्रभु ये बलि मंगता, और दूजे ने कहा कि जो मैं लैके जावा प्रभु ने स्वीकार करना पैना। और ये भी अज तक चलता पाया, ये भी असं अज तक काम करते पे। सारिया चीज़ा देख लो अज तक हो रही। और लेकिन असी प्रभु के वचन च देखते पे हैं कि हाबल की बलि प्रभु ने स्वीकृत की, पर कायन की बलि स्वीकृत नहीं हुई। और कायन जिसले पहली बारी असी वचन क्रोध पढ़ते पे हैं, उत्थे क्रोध के नाम भर गया और उसनों परमेश्वर ते भी क्रोध आ, लेकिन अपने भरा ते भी क्रोध आ कि यदी बलि क्यों स्वीकार हुई। सो उसने अपने भरा का कतल करता। प्रभु ने फिर भी रहम की, उसने कायन ते निशान ला के उसनों कल दिता। सो कायन ने अपनी कौम, कायन दे विचों उसकी अपनी कौम निकली, जिहड़ी असीं चौथे चैप्टर के एंड दे विच देखते पे। लेकिन प्रभु ने आदम ने एक होर पुत्र दिता और होर भी बहुत पुत्र धीआं दिते, जिस दे राही जिहड़ी प्रभु की जिहड़ी लाइन सी वो अगे चली। उसके घर सैथ पैदा होया और उत्थे असीं पहली बारी पढ़ते हैं कि उन्होंने प्रभु का नाम जपना शुरू कर दिता। उन्होंने प्रभु के नाम की प्रस्तश करनी शुरू कर दी और उत्थे जिहड़ी उन्हां दे उत्ते उस लाइन दे उत्ते प्रभु ने अपनी बरकत पाई। लेकिन जिद्दां ही असीं 5वें चैप्टर दे विच जानने सानूं उत्थे सारियां उमरां दसियां गईयां और फिर सानूं सब दे दसे गए कि सारियां दे धीआं पुत्र सी। फिर मनुख दी दुष्टता 6वें चैप्टर दे विच आ गई और उस दुष्टता दे विचों असीं ये देखते पे हैं कि कायन और सैथ दे जिहड़े परिवार आ उन्हां दे विच आपो विच ही उन्होंने जो प्रभु ने उन्होंने एक पासे कीता सी, लेकिन दुष्टता इत्थों वधी कि वो जिहड़ा उन्होंने आपस दे विच रिश्ता करना शुरू कर दिता, जिस दे नाल एक बड़े अजीबो गरीब किस्म की मुसीबत खड़ी हो गई। उन्होंने तो अपने आप को दुष्टता के नाल भर लिया, लेकिन उन्होंने जिहड़ी जिहड़ी धरती के जानवर भी सीगे उन्होंने भी दुष्टता के नाल भर दिता। सो प्रभु ने उत्थों तय कर लिया कि इन्हां सारियां चीज़ां का अंत होना जरूरी है। सो प्रभु ने अपने लिए नोहा नूं चुनिया और नोहा जो प्रभु के दिल के पिछे सी, उही जो सवाल फिर आउण लग पए कि एक असीं पहलां पढ़ते पे हैं 5वें चैप्टर दे विच हनोक आ जो परमेश्वर के दिल के पिछे पिया है और 365 साल की उम्र दे विच प्रभु ने उसनूं जिंदा ही धरती तो उठा लिया। सो उत्थे असीं पहली असैंशन देखते पे, जिस तरह प्रभु यसु मसीह नूं धरती तो उठाया गया, जिस तरह एलाइजा नूं धरती तो उठाया गया, उत्थे असीं पहली असैंशन देखते पे हैं जो हनोक दी आ। वो जिउंदा प्रभु की हजूरी दे विच उठा लिया गया और ਉਹਦੇ ਤੋਂ ਜਿਹੜਾ ਨੋਹਾ ਸੀਗਾ ਉਹ ਵੀ ਪ੍ਰਭੂ ਦੇ ਪਿੱਛੇ ਉਸੇ ਤਰ੍ਹਾਂ ਚੱਲ ਰਿਹਾ ਸੀ। नोहा ने 500 साल की उसकी उम्र से जो उसके घर बच्चे पैदा हुए, उसके घर 3 पुत्र पैदा हुए जिन्हां दे नाम सेम हाम ते याफत सी। और प्रभु ने कहा कि हुण मैं धरती का अंत करन जा रहा, मैं हर चीज का अंत करन जा रहा, लेकिन तू और तेरा घराना निजात पाओगे। वो शब्द जिहड़े असीं प्रभु के वचन च बार बार देखते हैं। सो असीं प्रभु के वचन की देखते पे हैं, उसने नोहा नूं कहा कि तू अपना अपना घराने नूं संभाल और एक बेड़ी तैयार कर। जो
उस समय का गॉस्पल सी, जो उस समय का शुभ समाचार से कि धरती का अंत होने जा रहा, पर प्रभु ने धरती के उत्ते एक बेड़ी बना रहा सुक्की सुक्की थां दे उत्ते, जिथे कदी मीह नहीं पिया, और वो सारे लोगों के लिए निशानी है कि कुछ होने जा रहा। और पूरा 100 साल लगा उसनूं बनाउण दे लई। नूहा दी उम्र उस वेले 500 साल सी, और जिस वेले उसने वो बनानी शुरू की, जो अपने आप दे विच एक प्रचार सी, जो अपने आप दे विच एक प्रचार। मेरे नाल 2 पीटर दूसरे पतरस दे विच आ जाओ, और उत्थों असीं थोड़े जे हिस्से देखांगे। और उसकी दूसरा भाव और असी इसकी पहली आयत तो लैके 5 आयत तक पढ़ांगे, जिसनूं ले जाओ। हाँ जी, एक पन्ना हैगा 443, 2 पीटर दूसरा पतरस दूसरा भाव 443 कितनी वर्ष 1 ਤੋਂ 5। ओके ठीक है। 443 पन्ना है पिछले पासे ते ਇਹ ਹੈ ਝੂਠੇ ਨਬੀ ਅਤੇ ਸਿੱਖਿਅਕ। ਗੁਜ਼ਰੇ ਸਮੇਂ ਵਿੱਚ ਪਰਮੇਸ਼ਵਰ ਦੇ ਲੋਕਾਂ ਵਿੱਚ ਝੂਠੇ ਨਬੀ ਆਏ ਸਨ, ਇਸ ਤਰ੍ਹਾਂ ਤੁਹਾਡੇ ਵਿੱਚ ਵੀ ਝੂਠੇ ਸਿੱਖਿਅਕ ਆਉਣਗੇ। ਉਹ ਤੁਹਾਡੇ ਵਿੱਚ ਖਤਰਨਾਕ ਫੁੱਟ ਪੈਦਾ ਕਰਨਗੇ, ਇੱਥੋਂ ਤੱਕ ਕਿ ਉਹ ਉਸ ਪ੍ਰਭੂ ਤੋਂ ਵੀ ਇਨਕਾਰ ਕਰਨਗੇ ਜਿਸ ਨੇ ਉਹਨਾਂ ਨੂੰ ਮੁੱਲ ਦੇ ਕੇ ਛੁਟਕਾਰਾ ਦਿੱਤਾ, ਅਤੇ ਇਸ ਤਰ੍ਹਾਂ ਉਹ ਤੁਰੰਤ ਨਾਸ਼ ਹੋ ਜਾਣਗੇ। ਬਹੁਤ ਸਾਰੇ ਹੋਰ ਵੀ ਉਹਨਾਂ ਦੇ ਗੰਦੇ ਰਾਹਾਂ ਤੇ ਚੱਲਣ ਲੱਗ ਪੈਣਗੇ, ਜਿਸ ਨਾਲ ਸਤ ਮਾਰਗ ਦੀ ਨਿੰਦਾ ਹੋਵੇਗੀ। ਉਹ ਆਪਣੇ ਲਾਲਚ ਵਿੱਚ ਹੀ ਤੁਹਾਡੇ ਕੋਲੋਂ ਆਪਣੀਆਂ ਝੂਠੀਆਂ ਸਿੱਖਿਆਵਾਂ ਨਾਲ ਪੈਸਾ ਇਕੱਠਾ ਕਰਨਗੇ, ਪਰ ਬਹੁਤ ਚਿਰ ਪਹਿਲਾਂ ਤੋਂ ਉਹਨਾਂ ਦਾ ਨਿਆਂ ਕਰਤਾ ਤਿਆਰ ਬੈਠਾ ਹੈ ਅਤੇ ਉਹ ਉਹਨਾਂ ਦੀ ਉਡੀਕ ਵਿੱਚ ਹੈ। ਉਹਨਾਂ ਦਾ ਨਾਸ਼ ਕਰਨ ਵਾਲਾ ਵੀ ਸੁੱਤਾ ਹੋਇਆ ਨਹੀਂ ਹੈ। ਪਰਮੇਸ਼ਵਰ ਨੇ ਤਾਂ ਉਹਨਾਂ ਸਵਰਗ ਦੂਤਾਂ ਨੂੰ ਵੀ ਨਾ ਛੱਡਿਆ ਜਿਨ੍ਹਾਂ ਪਾਪ ਕੀਤਾ ਸੀ, ਸਗੋਂ ਉਹਨਾਂ ਨੂੰ ਹੇਠਾਂ ਨਰਕ ਵਿੱਚ ਸੁੱਟ ਦਿੱਤਾ, ਜਿੱਥੇ ਉਹ ਹੁਣ ਬੰਦੀ ਰੂਪ ਵਿੱਚ ਨਿਆਂ ਦਿਨ ਦੀ ਉਡੀਕ ਵਿੱਚ ਹਨ। ਉਸਨੇ ਪ੍ਰਾਚੀਨ ਸਮੇਂ ਦੇ ਲੋਕਾਂ ਨੂੰ ਵੀ ਨਾ ਛੱਡਿਆ, ਸਗੋਂ ਉਸ ਸਮੇਂ ਦੇ ਅਧਰਮੀ ਲੋਕਾਂ ਨੂੰ ਪਾਣੀ ਦਾ ਹੜ੍ਹ ਲਿਆ ਕੇ ਖਤਮ ਕਰ ਦਿੱਤਾ, ਸਿਵਾਏ ਨੂਹ ਦੇ ਜੋ ਸੱਚੇ ਧਰਮ ਦਾ ਪ੍ਰਚਾਰਕ ਸੀ, ਅਤੇ ਉਸ ਦੇ ਨਾਲ 7 ਹੋਰਨਾਂ ਨੂੰ ਜਿਨ੍ਹਾਂ ਨੂੰ ਉਸਨੇ ਬਚਾ ਲਿਆ ਸੀ। ਆਮੀਨ। ਇਹਨਾਂ ਨੂੰ ਬਚਾ ਲਿਆ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇਹ ਦੇਖਦੇ ਪਏ ਹਾਂ ਕਿ ਨੂਹ ਨੇ 2 ਤਰ੍ਹਾਂ ਪ੍ਰਚਾਰ ਕੀਤਾ, ਕੰਮਾਂ ਦੁਆਰਾ ਔਰ ਸ਼ਬਦ ਦੁਆਰਾ। ਕੰਮ ਦੇ ਨਾਲ ਨੂੰ ਹੱਥ ਤੇ ਹੱਥ ਰੱਖ ਕੇ ਨਹੀਂ ਬੈਠਾ। ਪ੍ਰਭੂ ਨੇ ਜਿਸ ਤਰ੍ਹਾਂ ਦੀ ਬੇੜੀ ਉਸਨੂੰ ਬਣਾਉਣ ਦੇ ਲਈ ਕਹੀ, ਉਸਨੂੰ ਬਣਾਈ। ਜਿੱਦਾਂ ਜਿੱਦਾਂ ਹਰ ਜਾਨਵਰ ਦੇ ਰਹਿਣ ਦੇ ਲਈ ਉਸਨੇ ਜਗ੍ਹਾ ਬਣਾਈ, ਔਰ ਉਸਨੇ ਜਿੱਦਾਂ ਪ੍ਰਭੂ ਨੇ ਕਿਹਾ ਸੀ ਉਸਨੇ ਲੋਕਾਂ ਨੂੰ ਦੱਸਿਆ ਕਿ ਮੈਂ ਕਿਉਂ ਬਣਾ ਰਿਹਾ, ਪਰ ਕਿਸੇ ਨੇ ਨਹੀਂ ਸੁਣੀ। ਨੂੰ ਉਹਨਾਂ ਦੇ ਲਈ ਇੱਕ ਮਜ਼ਾਕ ਦਾ ਚਿੰਨ੍ਹ ਸੀ ਕਿ ਇਹ ਪਾਗਲ ਕੀ ਕਰਦਾ ਪਿਆ। ਆਓ ਅਸੀਂ ਨੂਹ ਨੂੰ ਦੇਖਣ ਜਾਈਏ, ਜਿਹੜੀਆਂ ਸਾਨੂੰ ਹੋਰ ਲਿਖਤਾਂ ਇਸ ਦੇ ਬਾਰੇ ਦੱਸਦੀਆਂ, ਪਰ ਉਹਨਾਂ ਨੇ ਨੂਹ ਦੀ ਨਹੀਂ ਸੁਣੀ। ਪ੍ਰਭੂ ਨੇ ਜੋ ਉਸਦੇ ਨਾਲ ਵਾਅਦਾ ਕੀਤਾ ਸੀ ਉਹਦੇ ਅਨੁਸਾਰ ਅਸੀਂ ਇਹ ਦੇਖਦੇ ਪਏ ਕਿ ਮਸੀਹ ਦੇ ਆਉਣ ਤੋਂ ਪਹਿਲਾਂ 2319 ਸਾਲ ਜਿਹੜਾ ਸੀਗਾ, ਮਸੀਹ ਦੇ ਆਉਣ ਤੋਂ ਪਹਿਲਾਂ ਧਰਤੀ ਦੇ ਉੱਤੇ ਹੜ੍ਹ ਆਇਆ। ਔਰ ਨੂਹ ਦੇ ਵਿੱਚ ਔਰ ਆਦਮ ਦੇ ਜਨਮ ਤੋਂ ਲੈ ਕੇ ਜੋ 3975 ਸਨ ਗਿਣਿਆ ਜਾਂਦਾ, ਕਿਉਂਕਿ ਸਾਨੂੰ ਸਾਰਿਆਂ ਦੀਆਂ ਉਮਰਾਂ ਪਤਾ। ਔਰ ਨੂਹ ਦਾ ਬੇੜਾ ਜਿਹੜਾ ਸੀਗਾ, ਹੜ੍ਹ ਆਇਆ ਜਿਹੜਾ, ਉਹ 2319 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਹੜ੍ਹ ਨੂੰ ਦੇਖਦੇ ਪਏ। ਔਰ ਅਸੀਂ ਦੇਖਦੇ ਪਏ ਕਿ ਕਿਸ ਤਰ੍ਹਾਂ ਧਰਤੀ ਦੇ ਥੱਲੋਂ ਸੁੰਮ ਫੁੱਟ ਪਏ। ਸਵਰਗ ਤੋਂ ਜਿਹੜਾ ਪਾਣੀ, ਜਿਹੜਾ ਉਤਲਾ ਪਾਣੀ ਪ੍ਰਭੂ ਨੇ ਸਾਨੂੰ 3 ਪਾਣੀਆਂ ਦੇ ਵਿੱਚ ਰੱਖਿਆ ਹੈ। ਜਿਹੜੇ ਉੱਤੇ ਪਰਮਾਨੈਂਟ ਜਿਹੜਾ ਪਾਣੀ ਉਸਨੇ ਰੱਖਿਆ ਸੀ, ਧਰਤੀ ਦੇ ਥੱਲੇ ਜਿਹੜਾ ਪਾਣੀ ਰੱਖਿਆ ਸੀ, ਧਰਤੀ ਦੇ ਜਿਹੜਾ ਉੱਤੇ ਪਾਣੀ ਰੱਖਿਆ ਸੀ,
वो सारे पानी ने सारिया चीज़ां गल्प कर लिया और सब तो उच्ची जगह ते वो 7 मीटर उच्चा पानी सी जिस दे नाल हर साह लैण वाली चीज का नाश हो गया। पर प्रभु दे वचन च बड़ी प्यारी चीज है। सो परमेश्वर ने 7वें भाग की 23वीं आयत, सो परमेश्वर ने धरती की हर प्राणी का नाश कर दिता, पर नूह ते उस दे नाल जो किश्ती दे विच सन बच गए। 150 दिनों तक धरती के उतले पानी दे विच कोई फर्क नहीं पिया। इस दे नाल बाइबल का पहला हिस्सा पुराने नियम दा खत्म होया। 8वें भाव जिसमें हुण असीं आ गए हां, हुण असीं पुराने नियम के दूजे भाव दे विच एंटर करन जा रहे और ये असीं 2300 मसीह दे आउण तो 2318 साल पहला तो असीं हुण शुरू करन जा रहे हैं। सो दो चीज़ां जिहड़ियां मैं तुहानूं दिखाउणियां मंगदा वो असीं लेट मी शो यू। इस तो पहला असीं अगे जाइए। Okay. ਨਿਆਣੇ ਉੱਥੇ ਰਹਿੰਦੇ ਨਹੀਂ ਮਾਤਰਾ ਨੂੰ ਔਖਾ ਸਾਨੂੰ ਹੁਣ ਪੁਰਾਣੇ ਬੰਦਿਆਂ ਨੂੰ ਇਹ ਆਪਰੇਟ ਕਰਨਾ ਔਖਾ ਹੋ ਜਾਂਦਾ। ਨਿਆਣੇ ਆਪੋ ਅਸੀਂ ਹੁਣ ਅੱਛਾ ਹੁਣ ਅਸੀਂ ਆ ਜਿਹੜਾ ਹਿੱਸਾ ਇਹ ਅਸੀਂ ਦੇਖ ਚੁੱਕੇ ਹਾਂ। ਇਸ ਹਿੱਸੇ ਦੇ ਵਿੱਚ ਕਿਸ ਤਰ੍ਹਾਂ ਪ੍ਰਭੂ ਨੇ ਆਪਣੀ ਜਿਹੜੀ ਲਹੂ ਦੀ ਜਿਹੜੀ ਲਾਈਨ ਆ, ਪ੍ਰਭੂ ਯਿਸੂ ਮਸੀਹ ਦੀ ਜਿਹੜੀ ਲਾਈਨ ਆ, ਉਸਨੂੰ ਕਿੱਦਾਂ ਪ੍ਰਭੂ ਨੇ ਸੰਭਾਲ ਕੇ ਰੱਖਿਆ। ਔਰ ਇਹ ਜਿਹੜੀ ਲਾਈਨ ਆ ਇਹ ਨੋਹਾ ਦੇ ਰਾਹੀਂ ਜਿਹੜੀ ਇਸ ਕਸ਼ਤੀ ਦੇ ਵਿੱਚ ਗਈ ਹੈ। ਲੇਕਿਨ ਅਜੀਬ ਚੀਜ਼ ਇਹ ਹੈ ਕਿ ਨੋਹਾ ਦੇ ਦੋ ਬਜ਼ੁਰਗੇ, ਉਸਦਾ ਬਾਪ ਲਮੈਕ ਤੇ ਉਸਦਾ ਜਿਹੜਾ ਦਾਦਾ ਆ ਉਹ ਦੋਨੋਂ ਇਸ ਹੜ੍ਹ ਦੇ ਵਿੱਚ ਮਰੇ। ਔਰ ਸਾਰੇ ਜਿੰਨੇ ਉਸਦੇ ਕਜ਼ਨ ਆ, ਜਿੰਨੇ ਵੀ ਉਸਦੇ ਪਰਿਵਾਰ ਦੇ ਲੋਕ ਆ, ਉਹ ਸਾਰੇ ਦੇ ਸਾਰੇ ਇਸ ਹੜ੍ਹ ਦੇ ਵਿੱਚ ਮਰੇ ਆ। ਸੋ ਜਿਸ ਲਈ ਹੁਣ ਅਸੀਂ ਜਾਣੇ ਹੁਣ ਸਾਡੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਆ, ਦੂਸਰਾ ਭਾਵ ਪੁਰਾਣੇ ਨਿਯਮ ਦਾ ਅਸੀਂ ਜਿਹੜਾ ਦੇਖਣ ਜਾ ਰਹੇ ਹਾਂ ਉਹ ਹੁਣ ਨੋਹਾ ਤੋਂ ਸ਼ੁਰੂ ਹੋਏਗਾ, ਜਿਸ ਵੇਲੇ ਉਹ ਉਸ ਕਸ਼ਤੀ ਦੇ ਵਿੱਚੋਂ ਬਾਹਰ ਆਇਆ ਔਰ ਉਸਦੇ ਨਾਲ ਹੀ ਉਹ ਬਲੱਡ ਲਾਈਨ ਬਾਹਰ ਆਈ। ਸੋ ਇਸ ਵੇਲੇ ਇਸ ਕਸ਼ਤੀ ਦੇ ਵਿੱਚੋਂ ਜਿਹੜੇ ਲੋਕ ਬਾਹਰ ਆਏ ਆ ਉਸਦੇ ਵਿੱਚ ਨੋਹਾ ਦੇ 3 ਪੁੱਤਰ ਔਰ ਉਸਦੀ ਵਾਈਫ ਔਰ ਉਸਦੀਆਂ 3 ਨੂੰਹਾਂ। ਸੋ ਇੱਕੋ ਹੀ ਬਾਪ ਤੋਂ ਅਸੀਂ ਦੁਬਾਰਾ ਸ਼ੁਰੂ ਹੋਏ ਹਾਂ। ਜਿਸ ਤਰ੍ਹਾਂ ਅਸੀਂ ਆਦਮ ਤੋਂ ਸ਼ੁਰੂ ਹੋਏ ਸੀ ਉਸੇ ਤਰ੍ਹਾਂ ਅਸੀਂ ਇਸ ਦੇ ਉੱਤੋਂ ਸ਼ੁਰੂ ਹੋਏ ਹਾਂ। ਇਹਦੇ ਪਰਿਵਾਰ ਦੇ ਵਿੱਚੋਂ ਹੀ ਅਸੀਂ 3 ਲਾਈਨਾਂ ਨਿਕਲਦੀਆਂ ਦੇਖਦੇ ਹਾਂ, ਜਿਸ ਦੇ ਵਿੱਚੋਂ ਬੇਸਿਕਲੀ ਸਾਰੀਆਂ ਕੌਮਾਂ ਬਣੀਆਂ। ਸਾਰੀਆਂ ਕੌਮਾਂ ਜਿਹੜੀਆਂ ਸੀ ਉਹ ਇੱਥੋਂ ਪ੍ਰਭੂ ਨੇ ਵੱਖਰੀਆਂ ਕੌਮਾਂ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ। ਔਰ ਅੱਗੇ ਜਾ ਕੇ ਅਸੀਂ ਦੇਖਾਂਗੇ ਕਿ ਕਿਹੜੀ ਕੌਮ ਕਿੱਥੋਂ ਨਿਕਲੀ, ਔਰ ਕਿਹੜੇ ਪਰਿਵਾਰ ਤੋਂ ਨਿਕਲੀ। ਲੇਕਿਨ ਅਸੀਂ ਜਿਹੜੀ ਚੀਜ਼ ਦੇਖਦੇ ਪਏ ਕਿ ਪ੍ਰਭੂ ਦੀ ਜਿਹੜੀ ਲਾਈਨ ਆ ਉਹ ਸ਼ੈਮ ਤੋਂ ਨਿਕਲੀ। ਔਰ ਇਸੇ ਕਰਕੇ ਜਿਸ ਵੇਲੇ ਯਹੂਦੀਆਂ ਦੇ ਉੱਤੇ ਕੋਈ ਕਸ਼ਟ ਆਉਂਦਾ ਤਾਂ ਉਹਨੂੰ ਐਂਟੀਸੈਮਿਟਿਜ਼ਮ ਕਹਿੰਦੇ ਆ, ਕਿ ਜਿਹੜੇ ਸ਼ੈਮਾਈਟ ਲੋਕ ਆ ਉਹਨਾਂ ਦੇ ਉੱਤੇ ਲੋਕ ਤਸ਼ੱਦਦ ਕਰਦੇ ਪਏ। ਸੋ ਅਸੀਂ ਸ਼ੈਮ ਤੋਂ ਜਿਹੜੀ ਪ੍ਰਭੂ ਦੀ ਲਾਈਨ ਚੱਲੀ ਆ, ਉਧਰੋਂ ਜਿਹੜੇ ਹੈਮ ਤੋਂ ਜਿਹੜੀਆਂ ਬਹੁਤ ਸਾਰੀਆਂ ਲਾਈਨਾਂ ਅਸੀਂ ਚੱਲਦੀਆਂ ਦੇਖਾਂਗੇ। ਸਾਰੇ ਕਿਹੜੇ ਲੋਕ, ਅਫਰੀਕਾ ਤੇ ਅਰੇਬੀਆ ਦੇ ਲੋਕ, ਔਰ ਇਸੇ ਤਰ੍ਹਾਂ ਜਾਫਤ ਤੋਂ ਸਾਰੇ ਏਸ਼ੀਆ ਮਾਈਨਰ ਦੇ ਲੋਕ ਤੇ ਯੂਰਪ ਦੇ ਲੋਕ, ਔਰ ਇੱਥੋਂ ਸਾਰੇ ਸੈਮਿਟਿਕ ਦੇ ਵਿੱਚੋਂ ਸਾਰੇ ਅਸੀਰੀਆ ਦੇ ਲੋਕ, ਔਰ ਸਾਰੇ ਅਸੀਂ ਸੀਰੀਆ ਦੇ ਜਿਹੜੇ ਸੀਰੀਆ ਦੇ ਆਲੇ ਦੁਆਲੇ ਇਰਾਕ ਈਰਾਨ ਦੇ ਜਿਹੜੇ ਲਾਗੇ ਲੋਕ ਰਹਿਣ ਵਾਲੇ ਆ,
ये सारे उथों निकलते देखांगे। लेकिन असीं हुण सैकंड पार्ट दे विच आ गए हैं और सैकंड पार्ट साडी अखां दे मोहरे आ और इह इस दे विच हुण असीं अगे जावांगे। सो लेट अस गो बैक। आओ 8वें पाठ तो शुरू करिए और जिसनूं मिल गया ओह इस दियां पहलियां 19 आयतां पढ़ दे। मैं पढ़ देना पास्टर जी। गो अहेड मेरा वीर। सारिਆਂ ਨੂੰ ਜੈ ਮਸੀਹ ਦੀ। ਸਫਾ ਹੈਗਾ ਪੁਰਾਣੇ ਨੇਮ ਦਾ 10 ਭਿਅੰਕਰ ਹੜ੍ਹ ਦਾ ਅੰਤ। ਪਰਮੇਸ਼ਰ ਨੇ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿਚਲੇ ਸਭ ਜਾਨਵਰਾਂ ਨੂੰ ਯਾਦ ਕੀਤਾ। ਉਸਨੇ ਧਰਤੀ ਉੱਤੇ ਤੇਜ਼ ਹਵਾ ਵਗਾਈ ਤਾਂ ਪਾਣੀ ਘਟਣ ਲੱਗਾ। ਧਰਤੀ ਦੇ ਅੰਦਰੋਂ ਉੱਠਣ ਵਾਲੇ ਪਾਣੀ ਦੇ ਫੁਹਾਰੇ ਅਤੇ ਆਕਾਸ਼ ਤੋਂ ਵਰਨ ਵਾਲਾ ਭਿਅੰਕਰ ਮੀਂਹ ਬੰਦ ਹੋ ਗਿਆ। ਪਾਣੀ ਨੂੰ ਘਟਣ ਵਿੱਚ ਪੂਰੇ 150 ਦਿਨ ਲੱਗੇ। ਕਿਸ਼ਤੀ 7ਵੇਂ ਮਹੀਨੇ ਦੇ 17ਵੇਂ ਦਿਨ ਅਰਾਰਾਤ ਪਹਾੜ ਉੱਤੇ ਟਿਕ ਗਈ। ਸੋ ਪਾਣੀ ਹੇਠ ਉਤਰਦਾ ਰਿਹਾ ਅਤੇ 10ਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਚੋਟੀਆਂ ਦਿਖਣ ਲੱਗ ਪਈਆਂ। 40 ਦਿਨਾਂ ਦੇ ਪਿੱਛੋਂ ਨੂਹ ਨੇ ਕਿਸ਼ਤੀ ਦਾ ਬੂਹਾ ਖੋਲ੍ਹਿਆ ਅਤੇ ਉਸਨੇ ਇੱਕ ਪਹਾੜੀ ਕਾਂ ਛੱਡਿਆ ਜੋ ਉਸ ਸਮੇਂ ਬਾਹਰ ਅੰਦਰ ਆਉਂਦਾ ਜਾਂਦਾ ਰਿਹਾ ਜਦੋਂ ਤੱਕ ਧਰਤੀ ਤੇ ਪਾਣੀ ਸੁੱਕ ਨਾ ਗਿਆ। ਫਿਰ ਨੂਹ ਨੇ ਇੱਕ ਘੁੱਗੀ ਛੱਡੀ ਕਿ ਦੇਖੇ ਕਿ ਧਰਤੀ ਤੇ ਪਾਣੀ ਸੁੱਕ ਗਿਆ ਹੈ ਜਾਂ ਨਹੀਂ। ਪਰ ਉਹ ਘੁੱਗੀ ਕਿਸ਼ਤੀ ਵੱਲ ਵਾਪਸ ਮੁੜ ਆਈ ਕਿਉਂਕਿ ਸਾਰੀ ਧਰਤੀ ਤੇ ਅਜੇ ਪਾਣੀ ਸੀ ਅਤੇ ਉਸ ਨੂੰ ਪੈਰ ਰੱਖਣ ਦੀ ਥਾਂ ਨਾ ਮਿਲੀ। ਇਸ ਲਈ ਨੂਹ ਨੇ ਹੱਥ ਵਧਾ ਕੇ ਉਸ ਘੁੱਗੀ ਨੂੰ ਫੜ ਕੇ ਕਿਸ਼ਤੀ ਦੇ ਅੰਦਰ ਕਰ ਲਿਆ। ਉਸਨੇ 7 ਦਿਨਾਂ ਪਿੱਛੋਂ ਘੁੱਗੀ ਨੂੰ ਫਿਰ ਛੱਡਿਆ। ਇਸ ਵਾਰ ਘੁੱਗੀ ਫਿਰ ਵਾਪਸ ਮੁੜ ਆਈ ਪਰ ਉਸ ਦੇ ਮੂੰਹ ਵਿੱਚ ਇੱਕ ਰੁੱਖ ਦਾ ਹਰਾ ਪੱਤਾ ਸੀ ਜਿਸ ਤੋਂ ਨੂਹ ਜਾਣ ਗਿਆ ਕਿ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਨੂਹ ਨੇ 7 ਦਿਨਾਂ ਪਿੱਛੋਂ ਫਿਰ ਘੁੱਗੀ ਛੱਡੀ ਪਰ ਇਸ ਵਾਰ ਘੁੱਗੀ ਮੁੜ ਕੇ ਵਾਪਸ ਨਾ ਆਈ। ਨੂਹ 601 ਸਾਲ ਦਾ ਸੀ ਜਦੋਂ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਸੁੱਕ ਗਿਆ। ਤਦ ਨੂਹ ਨੇ ਕਿਸ਼ਤੀ ਦੀ ਛੱਤ ਹਟਾ ਕੇ ਦੇਖਿਆ ਕਿ ਧਰਤੀ ਸੁੱਕ ਰਹੀ ਹੈ। ਦੂਜੇ ਮਹੀਨੇ ਦੇ 27ਵੇਂ ਦਿਨ ਤੱਕ ਧਰਤੀ ਬਿਲਕੁਲ ਸੁੱਕ ਗਈ ਸੀ। ਤਦ ਪਰਮੇਸ਼ਰ ਨੇ ਨੂਹ ਨੂੰ ਕਿਹਾ, ਤੂੰ ਆਪਣੀ ਪਤਨੀ, ਪੁੱਤਰਾਂ ਅਤੇ ਉਹਨਾਂ ਦੀਆਂ ਪਤਨੀਆਂ ਸਮੇਤ ਕਿਸ਼ਤੀ ਵਿੱਚੋਂ ਬਾਹਰ ਜਾ। ਆਪਣੇ ਨਾਲ ਸਭ ਤਰ੍ਹਾਂ ਦੇ ਪ੍ਰਾਣੀ, ਪੰਛੀ, ਜਾਨਵਰ ਅਤੇ ਹਰ ਤਰ੍ਹਾਂ ਦੇ ਘਿਸਰਨ ਵਾਲੇ ਜਾਨਵਰਾਂ ਨੂੰ ਬਾਹਰ ਕੱਢ ਕਿ ਉਹ ਧਰਤੀ ਉੱਤੇ ਬਹੁਤ ਗਿਣਤੀ ਵਿੱਚ ਵਧਣ ਫੁੱਲਣ ਅਤੇ ਉਸ ਨੂੰ ਭਰ ਦੇਣ। ਇਸ ਲਈ ਨੂਹ ਆਪਣੀ ਪਤਨੀ, ਆਪਣੇ ਪੁੱਤਰਾਂ ਅਤੇ ਉਹਨਾਂ ਦੀਆਂ ਪਤਨੀਆਂ ਸਮੇਤ ਕਿਸ਼ਤੀ ਵਿੱਚੋਂ ਬਾਹਰ ਨਿਕਲ ਆਇਆ। ਉਹਨਾਂ ਦੇ ਨਾਲ ਸਭ ਜਾਨਵਰ, ਪੰਛੀ ਅਤੇ ਘਿਸਰਨ ਵਾਲੇ ਜਾਨਵਰ ਵੀ ਬਾਹਰ ਆਏ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਪ੍ਰਭੂ ਦੇ ਬਚਨ ਦੇ ਵਿੱਚ ਜਿਸ ਲਈ ਅਸੀਂ ਇੱਥੇ ਆਉਂਦੇ ਹਾਂ ਤੇ ਅਸੀਂ ਇੱਕ ਵਾਰ ਫਿਰ ਪ੍ਰਭੂ ਦੀ ਹਜ਼ੂਰੀ ਨੂਹ ਦੇ ਉੱਤੇ ਦੇਖਦੇ ਹਾਂ। ਜਿਹੜੀ ਪਹਿਲੀ ਮਹਾਪਰਲੋ ਜਿਹੜੀ ਆਈ ਸੀ ਉਹ ਪੂਰਾ 1 ਸਾਲ ਰਹੀ, ਪੂਰਾ 1 ਸਾਲ। ਔਰ 1 ਸਾਲ ਜਿਹੜਾ ਸੀ ਉਹ ਜਿਹੜੀ ਸਾਰੀ ਦੀ ਸਾਰੀ ਮਹਾਪਰਲੋ ਸੀ ਉਹ ਪਾਣੀ ਦੀ ਮਹਾਪਰਲੋ ਸੀ। ਔਰ ਉਸ ਦੇ ਵਿੱਚ ਜਿਹੜਾ ਹਰ ਸਾਹ ਧਰਤੀ ਦੇ ਬਾਹਰ ਜਿਹੜਾ ਹਰ ਸਾਹ ਲੈਣ ਵਾਲਾ, ਚਾਹੇ ਜਾਨਵਰ ਸੀ ਚਾਹੇ ਇਨਸਾਨ ਸੀ, ਉਹ ਸਾਰੇ ਉਸ ਦੇ ਵਿੱਚ ਖਪਤ ਹੋ ਗਏ। ਔਰ ਇਸ ਕਰਕੇ ਸਾਨੂੰ ਇੱਥੇ ਉਹ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਿ ਪ੍ਰਭੂ ਦਾ ਸ਼ੁਕਰ ਹੈ ਕਿ ਸਾਡੇ ਮੰਗਣ ਤੋਂ ਪਹਿਲਾਂ ਉਹ ਜਾਣਦਾ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਨੂਹ ਨੂੰ ਜਿੰਨੀਆਂ ਚੀਜ਼ਾਂ ਦੀ ਜ਼ਰੂਰਤ ਸੀ ਉਸ ਬੇੜੀ ਦੇ ਵਿੱਚ ਸੀ। ਆਦਮ ਨੂੰ ਜਿੰਨੀਆਂ ਚੀਜ਼ਾਂ ਦੀ ਜ਼ਰੂਰਤ ਸੀ ਉਸ ਅਦਨ ਦੇ ਬਾਗ ਦੇ ਵਿੱਚ ਉਹਦੇ ਕੋਲ ਸਾਰੀਆਂ ਚੀਜ਼ਾਂ ਸੀ। ਔਰ ਪ੍ਰਭੂ ਦੇ ਅੱਗੇ ਜਿਹੜੀ ਪ੍ਰਭੂ ਦੀ ਹਜ਼ੂਰੀ ਉੱਥੇ ਆਉਂਦੀ ਸੀ ਉਹ ਉਸ ਨੂੰ ਪ੍ਰਭੂ ਦੇ ਆਨੰਦ ਦੇ ਵਿੱਚ, ਉਸਦੇ ਪਿਆਰ ਦੇ ਵਿੱਚ, ਉਸਦੀ ਨਜ਼ਦੀਕੀ ਦੇ ਵਿੱਚ ਔਰ ਉਸ ਦੀ ਸਵੱਛਤਾ ਦੇ ਵਿੱਚ ਵਧਾਉਣ ਦੇ ਲਈ, ਪਵਿੱਤਰਤਾ ਦੇ ਵਿੱਚ ਵਧਾਉਣ ਦੇ ਲਈ ਆਉਂਦੀ ਸੀ। ਔਰ ਇਹੋ ਹੀ ਦੁਆ ਹੈ। ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਥੇ ਜਾਂਦੇ ਹਾਂ ਤਾਂ ਅਸੀਂ ਦੇਖਦੇ ਪਏ ਹਾਂ ਕਿ ਹੁਣ ਨੂਹ ਦਾ ਬੇੜਾ ਜਿਹੜਾ ਉਹ ਅਰਾਰਾਤ ਦਰਿਆ ਦੇ ਪਹਾੜ ਦੇ ਚੋਟੀ ਦੇ ਵਿੱਚ ਉਹ ਉੱਥੇ ਟਿਕ ਗਿਆ। ਈਵਨ ਦੋ ਸਾਰੀ ਧਰਤੀ ਦੇ ਉੱਤੇ ਡਿਸਟਰਕਸ਼ਨ ਕੁਛ ਨਹੀਂ ਹੈਗਾ, ਲੇਕਿਨ ਫਿਰ ਵੀ ਨੂਹ ਨੂੰ ਜਿੰਨੀਆਂ ਚੀਜ਼ਾਂ ਦੀ ਜ਼ਰੂਰਤ ਉਹ ਹਰ ਇੱਕ ਚੀਜ਼ ਉਸ ਕਸ਼ਤੀ ਦੇ ਵਿੱਚ ਔਰ
हर तरह का जानवर उस कश्ती दे विच, जिहड़ा वो जानवर जिहड़ा इंसान दी जिहड़ी गंदगी आ जिहड़ा ओहदे तो बच गया, वो जानवर वो जोड़े उस कश्ती दे विच, और उस उन्हां नूं जिसलिए वो आए तो प्रभु ने उन्हां दियां जरूरतां दी सारियां बाहर रखी, सब कुछ रखिया। प्रभु जानदा सानूं किन्हां चीज़ां दी जरूरत है। सो दूसरी चीज जिहड़ी असीं ये देखदे पए आ कि ये किन्ना प्रिसाइज सानूं ये चीज़ां दस्सियां गईयां प्रभु दे वचन दे विच। इस चीज़ नूं हमेशा याद रखो कि जिस वेले सानूं औंचल दे विच पाया जांदा कि जी बिलियंस ऑफ ईयर्स ते मिलियंस ऑफ ईयर्स, हाँ धरती इन्नी पुरानी हो सकदी, आई हैव नो, मैनूं इस चीज़ दे उत्ते इस चीज़ दे विच मन्नण दे विच मैनूं कोई हर्ज नहीं, लेकिन जिहड़ा इंसान दी उम्र प्रिसाइज सानूं हर एक चीज़ दसी गई, ईवन महीने दिन सानूं दसे। इन्हां चीज़ां दे उत्ते फोकस करना बहुत जरूरी है, बहुत जरूरी है। सो सानूं किद्दां दस्सिया गया 6वीं आयत, 40 दिनां दे पिछों नूह ने किश्ती दा बूहा खोलिया, पहाड़ी खां छड्डिया ते अंदर बाहर आउंदा जांदा रहा ते धरती दा पानी जदों तक धरती दा पानी सुक ना गया। फिर नूह ने कोई घुग्गी छड्डी, देखे पानी सुक गया है या नहीं, पर घुग्गी किश्ती दे वल वापस मुड़ आई ਅਤੇ सारी धरती अजे पानी ते पानी सी और पैर रखण दी थां नहीं मिली। इसलिए नूह ने हथ वधा के घुग्गी फड़ के किश्ती दे अंदर कर लिया। उसने 17 दिनां दे पिछों घुग्गी नूं फिर छड्डिया। इस बार घुग्गी वापस मुड़ आई। उसके मूंह दे विच एक रुख दा हरा पत्ता सी, जिस तो नूह जान गया कि पानी घटना शुरू हो गया है। नूह ने 17 दिनां दे पिछों फिर घुग्गी छड्डी, पर इस बार घुग्गी मुड़ के वापस नहीं आई। नूह 601 साल दा सी जदों पहले महीने दे पहले दिन पानी सुक गया। तद नूह ने किश्ती की छत हटा के देखा, धरती सुक रही है। दूजे महीने दे 27वें दिन तक धरती बिल्कुल सुक गई सी। तद परमेश्वर ने नूह नूं कहा, तू अपनी पत्नी, पुत्रां अते उन्हां दीयां पत्नियां समेत किश्ती तो बाहर लै जा अते अपने नाल सब तरह के प्राणी, पंछी अते जानवर अते हर तरह के खिसरन वाले जानदारां नूं बाहर कढ कि वो धरती ते बहुत गिणती दे विच वधण फुੱਲਣ अते उस नूं भर देण। इसलिए नूह ने अपनी पत्नी, अपने पुत्रां अते उन्हां दीयां पत्नियां समेत किश्ती दे विचों बाहर निकल के आया अते उस दे नाल सब जानवर, पंछी, खिसरन वाले जानदार भी बाहर आए। और हुण असीं जिहड़ी चीज देखणी है, जिहड़ा शब्द हुण अगे आ रहा, जिहड़ा नवां दूसरा हिस्सा जिहड़ा शुरू होण जा रहा, वो बलि दे नाल शुरू होण जा रहा, वो फिर बलि दे नाल शुरू होण जा रहा। और कोई जणा इस नूं 20 तो लैके 22 तक कोई जणा मैं पढ़ देना पास्टर जी। नूह होम बलि चढ़ाਉਂਦਾ है। तद नूह ने प्रभु ਦੇ ਲਈ ਇੱਕ ਵੇਦੀ ਬਣਾਈ ਅਤੇ ਉਸ ਉੱਤੇ ਸ਼ੁੱਧ ਜਾਨਵਰਾਂ ਅਤੇ ਪੰਛੀਆਂ ਵਿੱਚੋਂ ਲੈ ਕੇ ਹੋਮ ਬਲੀ ਚੜਾਈ। ਪ੍ਰਭੂ ਨੂੰ ਉਸ ਬਲੀ ਦੀ ਸੁਗੰਧ ਚੰਗੀ ਲੱਗੀ, ਇਸ ਲਈ ਉਸਨੇ ਆਪਣੇ ਆਪ ਨੂੰ ਕਿਹਾ, ਮੈਂ ਅੱਗੇ ਤੋਂ ਮਨੁੱਖ ਦੇ ਕਾਰਨ ਧਰਤੀ ਨੂੰ ਸਰਾਪ ਨਹੀਂ ਦੇਵਾਂਗਾ, ਕਿਉਂਕਿ ਮਨੁੱਖ ਦੀਆਂ ਸੋਚਾਂ ਉਸ ਦੇ ਬਲਕਪਨ ਤੋਂ ਹੀ ਭੈੜੀਆਂ ਹੁੰਦੀਆਂ ਹਨ। ਸੋ ਮੈਂ ਫਿਰ ਕਦੀ ਇਸ ਤਰ੍ਹਾਂ ਪ੍ਰਾਣੀਆਂ ਦਾ ਨਾਸ਼ ਨਹੀਂ ਕਰਾਂਗਾ। ਜਦੋਂ ਤੱਕ ਇਹ ਧਰਤੀ ਰਹੇਗੀ, ਬੀਜਣਾ ਤੇ ਵੱਢਣਾ, ਠੰਡ ਤੇ ਗਰਮੀ, ਹਾੜ ਤੇ ਸਿਆਲ ਦੀ ਰੁੱਤਾਂ, ਦਿਨ ਅਤੇ ਰਾਤ ਇਸ ਉੱਤੇ ਹੋਣਗੇ। ਅਸੀਂ ਜਿਸ ਵੇਲੇ ਪ੍ਰਭੂ ਦੇ ਵਚਨ ਦੇ ਵਿੱਚ ਜਾਂਦੇ ਹਾਂ, ਸੋ ਪ੍ਰਭੂ ਨੇ ਜਿਹੜੀ ਉਹ ਬਲੀ ਉਸਨੇ ਦਿੱਤੀ, ਪ੍ਰਭੂ ਨੇ ਉਸਨੂੰ ਸਵੀਕਾਰ ਕੀਤਾ। ਔਰ ਨੂਹ ਦੇ ਪਰਿਵਾਰ ਦੇ ਉੱਤੇ ਪ੍ਰਭੂ ਨੇ ਨੂਹ ਦੇ ਪਰਿਵਾਰ ਨੂੰ ਇੱਥੇ ਬਰਕਤ ਦਿੱਤੀ, ਜਿਹਦੇ ਵਿੱਚ ਅਸੀਂ ਵੀ ਆਉਂਦੇ। ਇਹ ਜਿਹੜੀ ਬਰਕਤ ਮਿਲੀ ਆ, ਉਹ ਸਾਡੇ ਬਜ਼ੁਰਗੇ ਨੇ ਬਲੀ ਦਿੱਤੀ ਆ। ਔਰ ਉਸ ਬਲੀ ਦੀ ਜਿਹੜੀ ਸੁਗੰਧ ਆ, ਜਿਹੜਾ ਕਿ ਇਹ ਨਹੀਂ ਹੈਗਾ ਕਿ ਉਹ ਮੀਟ ਦੀ ਜਿਹੜੀ ਪ੍ਰਭੂ ਨੂੰ ਸੁਗੰਧ ਗਈ, ਸੁਗੰਧ ਜਿਹੜੀ ਹੁੰਦੀ ਹੈਗੀ ਆ, ਉਹ ਸਾਡੀਆਂ ਜਿਹੜੀਆਂ ਦੁਆਵਾਂ ਹੁੰਦੀਆਂ ਔਰ ਸ਼ੁਕਰਗੁਜ਼ਾਰੀ, ਉਹ ਸੁਗੰਧ ਹੁੰਦੀ ਹੈ। ਉਹ ਸੁਗੰਧ ਪ੍ਰਭੂ ਨੂੰ ਪਸੰਦ ਆਈ। ਔਰ ਉਸ ਸੁਗੰਧ ਦੇ ਨਾਲ ਪ੍ਰਭੂ ਨੇ, ਜਿਸ ਤਰ੍ਹਾਂ ਕਿ ਜਿਸ ਵੇਲੇ ਬਲੀ ਦਾ ਕਾਇਨ ਨੇ ਵੀ ਚੜਾਈ ਸੀ,
ਪਰ ਪ੍ਰਭੂ ਨੂੰ ਕਾਇਨ ਤੇ ਉਸ ਦੀ ਬਲੀ, ਜਿਹੜੇ ਸ਼ਬਦ ਤੇ ਧਿਆਨ ਦੇ ਨਾਲ ਪੜ੍ਹਿਓ, ਪ੍ਰਭੂ ਨੂੰ ਕਾਇਨ ਅਤੇ ਉਸ ਦੀ ਬਲੀ ਦੋਨੋਂ ਪਸੰਦ ਨਹੀਂ ਆਏ, ਕਿਉਂਕਿ ਨਾ ਉਹ ਸ਼ੁਕਰਗੁਜ਼ਾਰ ਸੀ, ਅੰਦਰ ਉਸਦੇ ਜਿਹੜਾ ਸੀ ਉਹ ਅਹੰਕਾਰ ਦੇ ਨਾਲ ਭਰਿਆ ਪਿਆ ਸੀ, ਔਰ ਦੂਸਰਾ ਉਸਦੇ ਅੰਦਰ ਜਿਹੜੀ ਚੀਜ਼ ਸੀ ਕਿ ਮੈਂ ਜੋ ਲੈ ਕੇ ਜਾਣਾ ਪ੍ਰਭੂ ਨੂੰ ਸਵੀਕਾਰ ਕਰਨਾ ਪੈਣਾ। ਲੇਕਿਨ ਇੱਥੇ ਨੋਹਾ ਨੇ ਪ੍ਰਭੂ ਦੇ ਦੱਸੇ ਅਨੁਸਾਰ ਉਸਨੇ ਇੱਥੇ ਹੋਮ ਬਲੀ ਚੜਾਈ, ਔਰ ਉਹ ਜਿਹੜੀ ਬਲੀ ਸੀ ਉਸਨੂੰ ਪਸੰਦ ਆਈ, ਔਰ ਉਹਦੇ ਕਰਕੇ ਪ੍ਰਭੂ ਨੇ ਇਹ ਬਰਕਤ ਸਭ ਨੂੰ ਦਿੱਤੀ। ਅੱਜ ਇਹ ਬਰਕਤ ਸਾਡੇ ਸਾਰਿਆਂ ਦੇ ਨਾਲ ਆ, ਔਰ ਉਹ ਬਰਕਤ ਇਹ ਆ ਕਿ ਪ੍ਰਭੂ ਨੂੰ ਬਲੀ ਦੀ ਸੁਗੰਧ ਚੰਗੀ ਲੱਗੀ, ਇਸ ਲਈ ਉਸਨੇ ਆਪਣੇ ਆਪ ਨੂੰ ਕਿਹਾ, ਯਾਨੀ ਕਿ ਇਹ ਜਿਹੜਾ ਵਾਅਦਾ ਆ ਉਹ ਤ੍ਰਿਏਕ ਦੇ ਵਿੱਚ ਹੋਇਆ, ਬਾਪ, ਬੇਟਾ ਔਰ ਪਵਿੱਤਰ ਆਤਮਾ। ਉਸ ਵੇਲੇ ਪ੍ਰਭੂ ਨੇ ਇਹ ਆਪਣੇ ਆਪ ਨੂੰ ਕਿਹਾ, ਮੈਂ ਅੱਗੇ ਤੋਂ ਮਨੁੱਖ ਦੇ ਕਾਰਨ ਧਰਤੀ ਨੂੰ ਸਰਾਪ ਨਹੀਂ ਦੇਵਾਂਗਾ, ਕਿਉਂਕਿ ਮਨੁੱਖ ਦੀਆਂ ਸੋਚਾਂ ਉਸਦੇ ਬਾਲਕਪਨ ਤੋਂ ਹੀ ਭੈੜੀਆਂ ਹਨ। ਸੋ ਮੈਂ ਫਿਰ ਕਦੀ ਇਸ ਤਰ੍ਹਾਂ ਪ੍ਰਾਣੀਆਂ ਦਾ ਨਾਸ਼ ਨਹੀਂ ਕਰਾਂਗਾ, ਜਦੋਂ ਤੱਕ ਇਹ ਧਰਤੀ ਰਹੇਗੀ। ਬੀਜਣਾ, ਵੱਢਣਾ, ਠੰਡ, ਗਰਮੀ, ਹੜ੍ਹ, ਸਿਆਲ ਦੀਆਂ ਰੁੱਤਾਂ ਦਿਨ ਰਾਤ ਇਸ ਦੇ ਉੱਤੇ ਰਹਿਣਗੇ, ਜਦੋਂ ਤੱਕ ਇਹ ਧਰਤੀ ਰਹੇਗੀ, ਯਾਨੀ ਕਿ ਜਦੋਂ ਤੱਕ ਇਸ ਧਰਤੀ ਦਾ ਪਰਪਸ ਪੂਰਾ ਨਹੀਂ ਹੋ ਜਾਏਗਾ। ਸੋ ਹੁਣ ਪ੍ਰਭੂ ਨੇ ਨੂਹ ਦੇ ਨਾਲ ਇੱਥੇ ਅਸੀਂ ਜਿਹੜਾ ਦੇਖਣ ਜਾ ਰਹੇ ਹਾਂ, ਹੁਣ ਪ੍ਰਭੂ ਨੇ ਨੇਮ ਬੰਨ੍ਹਣਾ। He is a God of covenant। ਹੁਣ ਉਸਨੇ ਨੂਹ ਦੇ ਨਾਲ ਆਪਣਾ ਨੇਮ ਬੰਨ੍ਹਣਾ, ਔਰ ਉਸ ਨੇਮ ਦੇ ਵਿੱਚ ਪ੍ਰਭੂ ਨੇ ਉਸ ਨੂੰ ਬਹੁਤ ਬਰਕਤ ਦੇਣੀ ਹੈ, ਔਰ ਇਸ ਦੀਆਂ 1 ਤੋਂ ਲੈ ਕੇ 17 ਆਇਤ ਤੱਕ 9ਵੇਂ ਦਾ ਕੋਈ ਜਣਾ ਪੜ੍ਹਦਾ। ਮੈਂ ਪੜ੍ਹਦੀ ਜੀ। ਪਰਮੇਸ਼ਰ ਦਾ ਨੂਹ ਨਾਲ ਨੇਮ। ਪਰਮੇਸ਼ਰ ਨੇ ਨੂਹ ਅਤੇ ਉਸਦੇ ਪੁੱਤਰਾਂ ਨੂੰ ਅਸੀਸ ਦੇ ਕੇ ਕਿਹਾ, ਵਧੋ, ਫੁੱਲੋ ਅਤੇ ਧਰਤੀ ਨੂੰ ਭਰ ਦਿਓ। ਤੁਹਾਡਾ ਡਰ ਧਰਤੀ ਅਤੇ ਸਮੁੰਦਰ ਦੇ ਸਭ ਜਾਨਵਰ, ਪੰਛੀ, ਘਿਸਰਨ ਵਾਲੇ ਜਾਨਵਰ, ਪੰਛੀਆਂ ਆਦਿ ਮੰਨਣਗੇ। ਉਹ ਸਭ ਤੁਹਾਡੇ ਅਧਿਕਾਰ ਹੇਠ ਹੋਣਗੇ। ਤੁਸੀਂ ਹਰ ਜਿਉਂਦੀ ਚੀਜ਼ ਸਾਗ ਪੱਤ ਦੇ ਵਾਂਗ ਖਾ ਸਕਦੇ ਹੋ, ਪਰ ਤੁਸੀਂ ਮਾਸ ਨੂੰ ਉਸਦੇ ਜੀਵਨ ਅਰਥਾਤ ਲਹੂ ਸਮੇਤ ਨਾ ਖਾਣਾ। ਕਿਸੇ ਵੀ ਮਨੁੱਖੀ ਜਾਨ ਲੈਣ ਵਾਲੇ ਤੋਂ ਉਸਦਾ ਬਦਲਾ ਲਿਆ ਜਾਵੇਗਾ। ਹਰ ਜਾਨਵਰ ਤੋਂ ਵੀ ਜੋ ਕਿਸੇ ਮਨੁੱਖ ਦੀ ਜਾਨ ਲਵੇਗਾ, ਬਦਲਾ ਲਿਆ ਜਾਵੇਗਾ। ਮਨੁੱਖ ਦੀ ਰਚਨਾ ਪਰਮੇਸ਼ਰ ਦੇ ਸਰੂਪ ਤੇ ਹੋਈ ਹੈ, ਇਸ ਲਈ ਉਸਦੇ ਮਾਰਨ ਵਾਲਾ ਆਪਣੇ ਸਾਥੀ ਦੁਆਰਾ ਹੀ ਮਾਰਿਆ ਜਾਵੇਗਾ। ਤੁਸੀਂ ਵਧੋ, ਫੁੱਲੋ ਅਤੇ ਇਸ ਧਰਤੀ ਨੂੰ ਬਹੁਤ ਤਾਕਤ ਵਿੱਚ ਭਰ ਦੇਵੋ। ਤਦ ਪਰਮੇਸ਼ਰ ਨੇ ਨੂਹ ਅਤੇ ਉਸਦੇ ਪੁੱਤਰਾਂ ਨੂੰ ਕਿਹਾ, ਮੈਂ ਤੁਹਾਡੇ ਨਾਲ ਆਪਣਾ ਨੇਮ ਬੰਨ੍ਹ ਰਿਹਾ ਹਾਂ। ਇਹ ਨੇਮ ਤੁਹਾਡੀ ਸੰਤਾਨ ਅਤੇ ਹਰ ਪ੍ਰਾਣੀ, ਪਸ਼ੂ, ਪੰਛੀ ਅਤੇ ਜਾਨਵਰ ਜੋ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਬਾਹਰ ਆਏ ਹਨ ਨਾਲ ਬੰਨ੍ਹ ਰਿਹਾ ਹਾਂ। ਮੇਰੇ ਇਸ ਨੇਮ ਅਨੁਸਾਰ ਮੈਂ ਫਿਰ ਕਦੀ ਮਨੁੱਖ ਜਾਤੀ ਨੂੰ ਪਾਣੀ ਨਾਲ ਨਾਸ਼ ਨਹੀਂ ਕਰਾਂਗਾ ਅਤੇ ਨਾ ਧਰਤੀ ਦੇ ਨਾਸ਼ ਲਈ ਫਿਰ ਹੜ੍ਹ ਘੱਲਾਂਗਾ। ਪਰਮੇਸ਼ਰ ਨੇ ਅੱਗੇ ਕਿਹਾ, ਮੇਰੇ ਇਸ ਨੇਮ ਦਾ ਇਹ ਚਿੰਨ੍ਹ ਹੋਵੇਗਾ, ਮੈਂ ਆਕਾਸ਼ ਦੇ ਵਿੱਚ ਆਪਣੀ 7 ਰੰਗੀ ਪੀਂਘ ਪਾਵਾਂਗਾ। ਇਹ ਧਰਤੀ ਵਾਸੀਆਂ ਨਾਲ ਮੇਰੇ ਕੀਤੇ ਨੇਮ ਦਾ ਚਿੰਨ੍ਹ ਠਹਿਰਾਵੇਗੀ। ਜਦੋਂ ਵੀ ਮੈਂ ਧਰਤੀ ਤੇ ਮੀਂਹ ਘੱਲਾਂਗਾ ਅਤੇ ਇਹ 7 ਰੰਗੀ ਪੀਂਘ ਦਿਖਾਈ ਦੇਵੇਗੀ, ਤਾਂ ਮੈਂ ਤੇਰੇ ਅਤੇ ਬਾਕੀ ਪ੍ਰਾਣੀਆਂ ਨਾਲ ਕੀਤੇ ਆਪਣੇ ਨੇਮ ਨੂੰ ਯਾਦ ਕਰਾਂਗਾ, ਜਿਸ ਅਨੁਸਾਰ ਅੱਗੇ ਤੋਂ ਮੀਂਹ ਦਾ ਪਾਣੀ ਹੜ੍ਹ ਬਣ ਕੇ ਮਨੁੱਖ ਜਾਤੀ ਦਾ ਕਦੀ ਨਾਸ਼ ਨਹੀਂ ਕਰੇਗਾ। ਸੋ ਜਦੋਂ ਇਹ 7 ਰੰਗੀ ਪੀਂਘ ਬੱਦਲਾਂ ਵਿੱਚ ਦਿਖਾਈ ਦੇਵੇਗੀ, ਤਾਂ ਮੈਂ ਆਪਣੇ ਹਰ ਪ੍ਰਾਣੀ ਨਾਲ ਕੀਤੇ ਅਮਰ ਨੇਮ ਨੂੰ ਯਾਦ ਕਰਾਂਗਾ। ਇਹ ਮੇਰੇ ਮਾਨਵ ਨਾਲ ਕੀਤੇ ਨੇਮ ਦਾ ਚਿੰਨ੍ਹ ਠਹਿਰੇਗੀ। ਸੋ ਜਿਸਲੇ ਪਹਿਲਾ ਨੇਮ ਉਸਨੇ ਬੰਨਿਆ, ਉਸ ਨੇਮ ਦੇ ਵਿੱਚ ਜਿਹੜਾ ਪਹਿਲਾ ਨੇਮ ਪ੍ਰਭੂ ਨੇ ਦਿੱਤਾ, ਪਹਿਲਾ ਜਿਹੜਾ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨੇਮ ਦੇ ਵਿੱਚ ਹੁਕਮ ਵੀ ਦਿੱਤੇ ਜਾਂਦੇ, ਜਿਹੜਾ ਪਹਿਲੀ ਚੀਜ਼ ਸੀ ਉਹ ਇਹ ਸੀ ਕਿ ਸਾਰੀ ਧਰਤੀ ਉਸਨੇ ਨੋਹਾ ਦੇ ਔਰ ਉਹਨਾਂ ਦੇ ਪੁੱਤਰਾਂ ਦੇ ਅਧਿਕਾਰ ਦੇ ਵਿੱਚ ਕਰ ਦਿੱਤੀ। ਉਸਨੇ ਕਿਹਾ ਇਹ ਸਾਰੇ ਜਾਨਵਰ ਜਿਹੜੇ ਕਿਸਰਨ ਵਾਲੇ ਜਾਨਵਰ, ਮੱਛੀਆਂ ਆਦਿ, ਇਹ ਸਾਰੇ ਮੈਂ ਤੇਰੇ ਅਧਿਕਾਰ ਦੇ ਥੱਲੇ ਕਰਦਾ। ਦੂਸਰੀ ਚੀਜ਼, ਤੁਸੀਂ ਜਿਹੜਾ ਪਹਿਲੇ ਨਾਲੋਂ ਇੱਥੇ ਇੱਕ ਫਰਕ ਆ, ਜਿਸ ਲਈ ਉਸਨੇ ਆਦਮ ਦੇ ਨਾਲ ਨੇਮ ਬੰਨਿਆ ਸੀ, ਔਰ ਉਹ ਜਿਹੜਾ ਨੇਮ ਬੰਨਿਆ ਗਿਆ ਸੀਗਾ ਉਹ ਭਲੇ ਤੇ ਬੁਰੇ ਦਰਖਤ
ਜਾਣਨ ਦਾ ਦਰਖਤ, ਜਿਹੜਾ ਨੌਲੇਜ ਦਾ ਦਰਖਤ ਔਰ ਜਿਹੜਾ ਜੀਵਨ ਦਾ ਦਰਖਤ ਸੀਗਾ, ਉੱਥੇ ਪ੍ਰਭੂ ਨੇ ਉੱਥੇ ਖੜੇ ਹੋ ਕੇ ਉਹ ਨੇਮ ਬੰਨਿਆ ਸੀ ਉਹਦੇ ਨਾਲ ਕਿ ਸਾਰੀਆਂ ਚੀਜ਼ਾਂ ਮੈਂ ਇਹ ਤੈਨੂੰ ਦਿੰਦਾ, ਤੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਦੇਖਭਾਲ ਕਰਨੀ, ਤੂੰ ਬਾਗਬਾਨੀ ਕਰਨੀ, ਤੂੰ ਸਾਗ ਧਰਤੀ ਦਾ ਸਾਗ ਪੱਤ ਖਾ ਸਕਦਾ, ਇਹ ਜਾਨਵਰ ਇਸ ਧਰਤੀ ਦੀਆਂ ਚੀਜ਼ਾਂ ਔਰ ਸਾਗ ਪੱਤ ਖਾ ਸਕਦੇ, ਔਰ ਪਰ ਤੂੰ ਇਸ ਭਲੇ ਔਰ ਬੁਰੇ ਦਾ ਜਿਹੜਾ ਰੁੱਖ ਦਾ ਫਲ ਉਹ ਤੂੰ ਨਾ ਖਾਈ। ਸੋ ਉਹ ਨੇਮ ਆਦਮ ਦੇ ਨਾਲ ਬੰਨਿਆ ਗਿਆ ਸੀ। ਹੁਣ ਜਿਹੜਾ ਨਵਾਂ ਨੇਮ, ਕਿਉਂਕਿ ਹੁਣ ਧਰਤੀ ਜਿਹੜੀ ਹੈਗੀ ਆ ਉਸ ਦਾ ਇੱਕ ਵਾਰੀ ਉੱਥੋਂ ਮਹਾਪਰਲੋ ਆ ਕੇ ਉਸ ਦਾ ਨਾਸ਼ ਹੋ ਚੁੱਕਾ ਹੈ, ਔਰ ਹੁਣ ਜਿਹੜਾ ਨੇਮ ਬੰਨਿਆ ਜਾ ਰਿਹਾ ਉਹ ਹੁਣ ਨੋਹਾ ਦੇ ਨਾਲ ਬੰਨਿਆ ਜਾ ਰਿਹਾ। ਸੋ ਪ੍ਰਭੂ ਨੇ ਉਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਅਧਿਕਾਰ ਆ ਉਹ ਨੋਹਾ ਨੂੰ ਦਿੱਤਾ, ਲੇਕਿਨ ਉਸ ਤੋਂ ਬਾਅਦ ਪ੍ਰਭੂ ਨੇ ਜਿਹੜਾ ਅੱਗੇ ਜਿਹੜੀ ਚੀਜ਼ ਦਿੱਤੀ ਉਹ ਇਹ ਕਿਹਾ ਕਿ ਪਰ ਤੁਸੀਂ ਮਾਸ ਨੂੰ ਉਸਦੇ ਜੀਵਨ ਅਰਥਾਤ ਲਹੂ ਸਮੇਤ ਨਾ ਖਾਣਾ। ਕਿਉਂ? ਕਿਉਂਕਿ ਲਹੂ ਦੇ ਵਿੱਚ ਜੀਵਨ, ਲਹੂ ਦੇ ਵਿੱਚ ਜੀਵਨ। ਸੋ ਪਰਮੇਸ਼ਰ ਨੇ ਸਾਨੂੰ ਲਹੂ ਖਾਣ ਤੋਂ ਮਨਾ ਕੀਤਾ। ਸੋ ਅਗਲੀ ਚੀਜ਼, ਪਰ ਕਿਸੇ ਉਸ ਤੋਂ ਬਾਅਦ ਜਿਹੜਾ ਅਗਲੀ ਚੀਜ਼ ਆਈ ਕਿ ਉਹ ਕਤਲ ਨਾ ਕਰਨਾ। ਜੋ ਕਤਲ ਕਰੇਗਾ ਉਸਨੂੰ ਸਜ਼ਾ ਮਿਲੇਗੀ, ਕਿਉਂਕਿ ਮਾਨਵ ਜਿਹੜਾ ਬਣਾਇਆ ਗਿਆ, ਇਨਸਾਨ ਜਿਹੜਾ ਬਣਾਇਆ ਗਿਆ ਉਹ ਮੇਰੇ ਸਰੂਪ ਤੇ ਬਣਿਆ, ਜੋ ਮੇਰੇ ਸਰੂਪ ਨੂੰ ਮਾਰੇਗਾ ਉਸਨੂੰ ਸਜ਼ਾ ਮਿਲੇਗੀ। ਸੋ ਉਸ ਤੋਂ ਬਾਅਦ ਇਸੇ ਤਰ੍ਹਾਂ ਜਾਨਵਰ ਦੇ ਲਈ ਵੀ ਇਹ ਸਭ ਕੁਝ ਬੰਨਿਆ ਗਿਆ, ਪਰ ਇਸ ਨੇਮ ਦਾ ਉਸਨੇ ਕਿਹਾ ਕਿ ਇਹ ਜਿਹੜਾ ਮੈਂ ਨੇਮ ਤੇਰੇ ਨਾਲ ਬੰਨਣ ਜਾ ਰਿਹਾ ਇਹ ਇੱਕ ਨਿਸ਼ਾਨੀ। ਉੱਥੇ ਧਰਤੀ ਦੇ ਉੱਤੇ 2 ਦਰਖਤ ਸੀਗੇ, ਹੁਣ ਸਤਰੰਗੀ ਪੀਂਘ, ਔਰ ਜਿੰਨਾ ਮਰਜੀ ਮੀਂਹ ਪੈਂਦਾ ਹੋਵੇ, ਜਿਸ ਵੇਲੇ ਵੀ ਅਸੀਂ ਇਸ ਸਤਰੰਗੀ ਪੀਂਘ ਦੇਖਦੇ ਹਾਂ ਅਸੀਂ ਕਹਿੰਦੇ ਕਿ ਹੁਣ ਮੀਂਹ ਹਟ ਗਿਆ, ਹੁਣ ਕੱਲ ਨੂੰ ਸੂਰਜ ਨਿਕਲੂਗਾ। ਹਮੇਸ਼ਾ ਇਹ ਚੀਜ਼ ਕਹੀ ਜਾਂਦੀ, ਸਤਰੰਗੀ ਪੀਂਘ ਹਮੇਸ਼ਾ ਮੀਂਹ ਦੇ ਟੇਲ ਐਂਡ ਦੇ ਉੱਤੇ ਆਉਂਦੀ। ਉਸਦਾ ਮਤਲਬ ਕਿ ਜਿਹੜੇ ਅਗਲੇ ਦਿਨ ਆ ਰਹੇ ਆ ਉਹ ਪੱਧਰੇ ਦਿਨ ਆ ਰਹੇ। ਇੱਥੇ ਜਿਸਲੇ ਅਸੀਂ ਦੇਖਦੇ ਪਏ ਤੇ ਪ੍ਰਭੂ ਨੇ ਇਹ ਚੀਜ਼ ਕਹੀ ਕਿ ਜਿਸ ਤਰ੍ਹਾਂ ਇਸ ਹੜ੍ਹ ਦੇ ਵਿੱਚ ਸਰਵਨਾਸ਼ ਹੋਇਆ, ਮੈਂ ਇਸ ਤਰ੍ਹਾਂ ਪਾਣੀ ਦੇ ਨਾਲ ਸਰਵਨਾਸ਼ ਨਹੀਂ ਕਰੂੰਗਾ। ਔਰ ਜਿਸ ਵੇਲੇ ਵੀ ਮੈਂ ਇਸ ਪੀਂਘ ਨੂੰ ਦੇਖੂੰਗਾ, ਜਿਸ ਵੇਲੇ ਵੀ ਇਹ ਪੀਂਘ ਸਤਰੰਗੀ ਪੀਂਘ ਆਏਗੀ, ਮੈਂ ਆਪਣੇ ਅਮਰ ਨੇਮ ਨੂੰ ਯਾਦ ਰੱਖੂੰਗਾ। ਸੋ ਪ੍ਰਭੂ ਨੇ ਉਸ ਅਮਰ ਨੇਮ ਨੂੰ ਕਿਸ ਤਰ੍ਹਾਂ ਯਾਦ ਰੱਖ ਦਿੱਤਾ? ਆਓ ਮੇਰੇ ਨਾਲ ਪ੍ਰਕਾਸ਼ ਦੀ ਪੋਥੀ ਦੇ ਵਿੱਚ ਆਓ, ਰੈਵਲੇਸ਼ਨ ਦੇ ਵਿੱਚ ਉਸਦਾ 4ਥਾ ਚੈਪਟਰ, ਜਿਸ ਨੂੰ ਮੈਂ ਜੇ ਪਹਿਲਾਂ ਪੰਨਾ ਜ਼ਰੂਰ ਦੱਸਦਾ ਹੈ। ਨਵੇਂ ਨੇਮ ਦੇ ਵਿੱਚ ਪ੍ਰਕਾਸ਼ ਦੀ ਪੋਥੀ ਕਲੀਅਰਲੀ ਪੁਸਤਕ ਹੈ 468। ਥੈਂਕ ਯੂ ਵੀਰਾ ਜੀ। और उसमें सिर्फ 11 आयत, 11 आयत, बड़ा प्यारा हिस्सा है। मैं 11 आयतां पढ़न दे लई इस करके गया कि सानू इत्थे स्वर्ग दा इक नज़ारा दिसदा है। इसलिए 11 आयत, सारियां 11 आयतां ਓਕੇ 12 13 ਲਿਖਵਾਈਆਂ। ਸਵਰਗ ਵਿੱਚ ਆਰਾਧਨਾ। ਇਸ ਦੇ ਪਿੱਛੋਂ ਮੈਂ ਦੇਖਿਆ ਕਿ ਸਵਰਗ ਵਿੱਚ ਇੱਕ ਦਰਵਾਜ਼ਾ ਖੁੱਲ ਗਿਆ ਹੈ। ਇਸ ਦੇ ਨਾਲ ਹੀ ਮੈਂ ਬਿਗਲਦੀ ਆਵਾਜ਼ ਵਰਗੀ ਇੱਕ ਆਵਾਜ਼ ਸੁਣੀ ਜੋ ਮੈਨੂੰ ਕਹਿ ਰਹੀ ਸੀ, ਇੱਥੇ ਉੱਤੇ ਆ ਅਤੇ ਮੈਂ ਤੈਨੂੰ ਹੁਣ ਉਹ ਸਭ ਦਿਖਾਵਾਂਗਾ ਜੋ ਇਸ ਦੇ ਪਿੱਛੋਂ ਹੋਣ ਵਾਲਾ ਹੈ। ਤਦ ਤੁਰੰਤ ਮੇਰੇ ਤੇ ਆਤਮਾ ਦੀ ਲੀਨਤਾ ਛਾ ਗਈ ਅਤੇ ਮੈਂ ਸਵਰਗ ਦੇ ਵਿੱਚ ਇੱਕ ਤਖਤ ਲੱਗਾ ਦੇਖਿਆ ਜਿਸ ਤੇ ਕੋਈ ਜਨ ਬੈਠਾ ਹੋਇਆ ਸੀ। ਉਸ ਜਨ ਦਾ ਚਿਹਰਾ ਦੇਖਣ ਵਿੱਚ ਹਰੇ ਰੰਗ ਦੇ ਹੀਰੇ ਅਤੇ ਲਾਲ ਅਕੀਕ ਵਰਗਾ ਸੀ ਅਤੇ ਤਖਤ ਦੇ ਦੁਆਲੇ 7 ਰੰਗੀ ਪੀਂਘ ਪਈ ਹੋਈ ਸੀ ਜੋ ਜਬਜ਼ ਅਰਥਾਤ ਹਰੇ ਰੰਗ ਦੀ ਭਾਵ ਮਾਰ ਰਹੀ ਸੀ। ਤਖਤ ਦੇ ਚਾਰੇ ਪਾਸੇ ਗੋਲ ਸਰਕਲ ਵਿੱਚ ਲੱਗੇ ਹੋਏ 24 ਤਖਤਾਂ ਤੇ 24 ਬਜ਼ੁਰਗ ਬੈਠੇ ਹੋਏ ਸਨ। ਉਹਨਾਂ ਬਜ਼ੁਰਗਾਂ ਨੇ ਚਿੱਟੇ ਕੱਪੜੇ ਪਹਿਨੇ ਹੋਏ ਹਨ ਅਤੇ ਸਿਰਾਂ ਤੇ ਸੋਨੇ ਦੇ ਤਾਜ ਪਹਿਨੇ ਹੋਏ ਹਨ। ਤਖਤ ਦੇ ਅੱਗੇ 7 ਜੋਤਾਂ ਜਗ ਰਹੀਆਂ ਸਨ। ਇਹ 7 ਜੋਤਾਂ ਪਰਮੇਸ਼ਵਰ ਦੇ 7 ਆਤਮਾ ਹਨ। ਇਸ ਤਰ੍ਹਾਂ ਤਖਤ ਦੇ ਅਗਲੇ ਪਾਸੇ ਸ਼ੀਸ਼ੇ ਦਾ ਸਮੁੰਦਰ ਜੋ ਬਲੌਰ ਦਾ ਬਣਿਆ ਲੱਗ ਰਿਹਾ ਸੀ ਦਿਖਾਈ ਦੇ ਰਿਹਾ ਸੀ। ਤਖਤ ਦੇ ਚਾਰੇ ਪਾਸੇ 4 ਨੁੱਕਰਾਂ ਤੇ 4 ਜਾਨਦਾਰ ਦਿਖਾਈ ਦੇ ਰਹੇ ਸਨ ਜੋ ਅੱਗੇ ਪਿੱਛੇ ਅੱਖਾਂ ਨਾਲ ਭਰੇ ਪਏ ਸਨ। ਉਹਨਾਂ ਵਿੱਚੋਂ ਪਹਿਲਾ ਜਾਨਦਾਰ ਸ਼ੇਰ ਵਰਗਾ, ਦੂਜਾ ਵੈੜਕੇ ਵਰਗਾ, ਤੀਜੇ ਦਾ ਚਿਹਰਾ ਮਨੁੱਖ ਵਰਗਾ
ਅਤੇ ਚੌਥਾ ਜਾਨਦਾਰ ਉੱਡਣ ਵਾਲੀ ਉਕਾਬ ਵਰਗਾ ਦਿਖਾਈ ਦੇ ਰਿਹਾ ਸੀ। ਇਹਨਾਂ ਚਾਰਾਂ ਜਾਨਦਾਰਾਂ ਦੇ 6 ਪੈਰ ਸਨ ਜੋ ਅੰਦਰੋਂ ਬਾਹਰੋਂ ਅੱਖਾਂ ਨਾਲ ਭਰੇ ਹੋਏ ਸਨ। ਉਹ ਬਿਨਾਂ ਆਰਾਮ ਕੀਤੇ ਰਾਤ ਦਿਨ ਹਰ ਘੜੀ ਇਹ ਜਪਦੇ ਰਹਿੰਦੇ ਸਨ, ਪਵਿੱਤਰ 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 ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਹੈ, ਜੋ ਹੈ ਸੀ ਅਤੇ ਹੈ ਵੀ ਅਤੇ ਜੋ ਆ ਰਿਹਾ ਹੈ। ਇਸ ਤਰ੍ਹਾਂ ਜਦੋਂ ਵੀ ਇਹ ਜਾਨਦਾਰ ਉਸਦੀ ਮਹਿਮਾ, ਆਦਰ ਅਤੇ ਧੰਨਵਾਦ ਕਰਦੇ ਹਨ, ਜੋ ਤਖਤ ਤੇ ਬੈਠਾ ਹੋਇਆ ਅਤੇ ਅਨੰਤ ਕਾਲ ਤੱਕ ਜਿਉਂਦਾ ਹੈ, ਉਸੇ ਘੜੀ 24 ਬਜ਼ੁਰਗ ਉਸਦੇ ਸਾਹਮਣੇ ਮੂੰਹ ਭਰ ਡਿੱਗ ਕੇ ਪ੍ਰਣਾਮ ਕਰਦੇ ਹਨ। ਉਹ ਆਪਣੇ ਤਾਜ ਲਾ ਕੇ ਸਿੰਘਾਸਨ ਦੇ ਸਾਹਮਣੇ ਇਹ ਕਹਿ ਕੇ ਰੱਖਦੇ ਹਨ, ਤੂੰ ਹੈ ਸਾਡਾ ਪ੍ਰਭੂ ਪਰਮੇਸ਼ਵਰ, ਜੋ ਮਹਿਮਾ, ਆਦਰ ਅਤੇ ਬਲ ਪ੍ਰਾਪਤੀ ਦੇ ਯੋਗ ਹੈ, ਕਿਉਂਕਿ ਤੂੰ ਸਭ ਚੀਜ਼ਾਂ ਦੀ ਰਚਨਾ ਕੀਤੀ ਹੈ। ਤੇਰੀ ਇੱਛਾ ਤੋਂ ਹੀ ਉਹਨਾਂ ਨੂੰ ਹੋਂਦ ਮਿਲੀ ਅਤੇ ਉਹ ਰਚੀਆਂ ਗਈਆਂ ਹਨ। ਸੋ ਜਿਸ ਲਈ ਹੁਣ ਪ੍ਰਭੂ ਦਾ ਇਸ ਵਚਨ ਦੇ ਵਿੱਚ ਅਸੀਂ ਦੇਖਦੇ ਪਏ ਹਾਂ, ਪ੍ਰਭੂ ਨੇ ਹਰ ਚੀਜ਼, ਹਰ ਨਿਸ਼ਾਨੀ, ਹਰ ਚੀਜ਼ ਦੀ ਨਿਸ਼ਾਨੀ ਜੋ ਉਸਨੇ ਸਾਡੇ ਨਾਲ ਨੇਮ ਬੰਨਿਆ ਹੈ, ਉਹ ਉਹਦੇ ਤਖਤ ਤੇ ਲੱਗ ਗਿਆ, ਜੋ ਉਸਨੂੰ ਯਾਦ ਕਰਵਾਉਂਦੇ। ਪਹਿਲੀ ਵਾਰੀ ਜਿਹੜੀ ਸਤਰੰਗੀ ਪੀਂਘ ਉਹ ਨੋਹਾ ਦੇ ਸਮੇਂ ਉਸ ਵੇਲੇ ਪਈ, ਜਿਸ ਵੇਲੇ ਸਾਰਾ ਹੜ੍ਹ ਦਾ ਕੰਮ ਖਤਮ ਹੋ ਗਿਆ, ਔਰ ਉਸ ਸਤਰੰਗੀ ਪੀਂਘ ਦੇ ਥੱਲੇ ਪ੍ਰਭੂ ਨੇ ਉਸ ਦੇ ਨਾਲ ਨੇਮ ਬੰਨਿਆ। ਔਰ ਜਿਸ ਵੇਲੇ ਇੱਥੇ ਅਸੀਂ ਆਉਂਦੇ ਹਾਂ, ਪ੍ਰਕਾਸ਼ ਦੀ ਪੋਥੀ ਦੇ ਵਿੱਚ ਆਉਂਦੇ ਹਾਂ, ਤਾਂ ਅਸੀਂ ਇਹ ਦੇਖਦੇ ਹਾਂ ਕਿ ਸਵਰਗ ਦਾ ਦਰਵਾਜ਼ਾ ਖੁੱਲ ਗਿਆ ਔਰ ਯਹੋਨਾ ਨੂੰ ਅੰਦਰ ਜਾਣ ਦਾ ਮੌਕਾ ਮਿਲਿਆ। ਔਰ ਜਿਸ ਲਈ ਉਹ ਅੰਦਰ ਗਿਆ ਤੇ ਉਸਨੇ ਕੀ ਦੇਖਿਆ? ਕਹਿੰਦਾ ਉਸ ਤਖਤ ਤੇ ਤੁਰੰਤ ਮੇਰੇ ਤੇ ਆਤਮਾ ਦੀ ਲੀਨਤਾ ਛਾ ਗਈ। ਮੈਂ ਸਵਰਗ ਦੇ ਵਿੱਚ ਇੱਕ ਤਖਤ ਲੱਗਾ ਦੇਖਿਆ, ਜਿਸ ਤੇ ਕੋਈ ਜਨ ਬੈਠਾ ਹੋਇਆ ਸੀ। ਉਸ ਜਨ ਦਾ ਚਿਹਰਾ ਦੇਖਣ ਦੇ ਵਿੱਚ ਹਰੇ ਰੰਗ ਦੇ ਹੀਰੇ ਅਤੇ ਲਾਲ ਅਕੀਕ ਵਰਗਾ ਸੀ, ਅਤੇ ਤਖਤ ਦੇ ਦੁਆਲੇ 7 ਰੰਗੀ ਪੀਂਘ ਪਈ ਸੀ, ਜੋ ਸਬਜ਼ ਅਤੇ ਹਰੇ ਰੰਗ ਦੀ ਭਾਂਗ ਮਾਰ ਰਹੀ ਸੀ। ਕਿੱਦਾਂ ਸਾਡਾ ਪ੍ਰਭੂ ਦਾ ਜਿਹੜਾ ਸਾਨੂੰ ਵਚਨ ਦਿੱਤਾ ਗਿਆ, ਕਿੱਦਾਂ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਦੇ ਵਿੱਚ ਇਸ ਦੇ ਵਿੱਚ ਏਕਤਾ ਹੈ। ਅੱਗੇ ਜਿਹੜੀ ਚੀਜ਼ ਦੱਸੀ ਗਈ ਆ, ਜਿਹੜੀ ਸਭ ਤੋਂ ਪਿਆਰੀ ਚੀਜ਼ ਆ, ਹਾਂ, ਉਹ ਜਿਹੜੇ ਜਾਨਦਾਰ ਆ, ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਪਹੁੰਚਾਂਗੇ ਅਸੀਂ ਉਹਨਾਂ ਦੇ ਬਾਰੇ ਪੜਾਂਗੇ। ਲੇਕਿਨ ਇੱਥੇ ਅਸੀਂ 2 ਚੀਜ਼ਾਂ ਦੇਖ ਸਕਦੇ ਹਾਂ ਕਿ ਪ੍ਰਭੂ ਨੇ ਉਤਪਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਸਨੇ ਸਭ ਚੀਜ਼ਾਂ ਦੀ ਰਚਨਾ ਕੀਤੀ, ਜਿਨ੍ਹਾਂ ਦੇ ਵਿੱਚ ਇਹ ਸਾਰੇ ਫਰਿਸ਼ਤੇ ਵੀ ਆਉਂਦੇ, ਇਹ ਸਾਰੇ ਜਾਨਦਾਰ ਅਸੀਂ ਜਿਹੜੇ ਦੇਖਦੇ ਪਏ ਉਹ ਵੀ ਆਉਂਦੇ ਪਏ। ਔਰ ਧਰਤੀ ਦੇ ਉੱਤੇ ਜਿਹੜੀ ਪ੍ਰਭੂ ਦੀ ਉੱਤਮ, ਸਭ ਤੋਂ ਜਿਹੜੀ ਉੱਤਮ ਕ੍ਰੀਏਸ਼ਨ ਸੀ, ਰਚਨਾ ਸੀ, ਉਹ ਮਨੁੱਖ ਸੀ। ਔਰ ਦੋਨੋਂ ਇੱਥੇ ਉਸਦੀ ਪ੍ਰਸਤੁਤ ਕਰਦੇ ਪਏ, ਦੋਨੋਂ ਉਸਦੀ ਵਰਸ਼ਿਪ ਕਰਦੇ ਪਏ। ਜਿਹੜੇ ਜਾਨਦਾਰ ਆ, ਉਹ ਆਪਣੀ ਨੌਲੇਜ ਦੇ ਅਨੁਸਾਰ ਪ੍ਰਭੂ ਦੀ ਉਸਤਤ ਕਰਦੇ। ਜੋ 24 ਬਜ਼ੁਰਗ ਜਿਹੜੇ ਧਰਤੀ ਤੋਂ ਜੋ ਇਨਸਾਨ ਸੀਗੇ, ਉਹ ਆਪਣੀ ਨੌਲੇਜ ਦੇ ਅਨੁਸਾਰ ਉਸਦੀ ਵਰਸ਼ਿਪ ਕਰਦੇ ਪਏ। ਜਿਹੜੇ ਜਾਨਦਾਰ, ਉਹਨਾਂ ਨੇ ਪ੍ਰਭੂ ਦੀ ਪਵਿੱਤਰਤਾ ਦੇਖੀ, ਉਹ ਪਹਿਲੇ ਜਦੋਂ ਤੋਂ ਉਹ ਕ੍ਰੀਏਟ ਕੀਤੇ। ਸੋ ਉਹ ਕੀ ਕਹਿ ਰਹੇ ਆ? ਪਵਿੱਤਰ 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 ਪ੍ਰਭੂ ਪਰਮੇਸ਼ਰ ਸਰਵ ਸ਼ਕਤੀਮਾਨ ਹੈ, ਜੋ ਹੈ ਸੀ, ਜੋ ਹੈ ਵੀ ਅਤੇ ਜੋ ਆ ਰਿਹਾ। ਸੋ ਹਰ ਰੋਜ਼ ਜਿਹੜਾ ਸਾਡਾ ਦਿਨ ਹੁੰਦਾ, ਜਿਹੜਾ ਅੱਜ ਦਾ ਦਿਨ ਆ, ਸੋ ਪ੍ਰਭੂ ਕੱਲ ਸੀ, ਅੱਜ ਹੈ, ਔਰ ਮੇਰੇ ਕੱਲ ਦੇ ਦਿਨ ਨੂੰ ਹੋਏਗਾ, ਬਦਲਦਾ। ਔਰ ਉਸਦੇ ਵਾਅਦੇ ਕਦੀ ਨਹੀਂ ਬਦਲਦੇ, ਕਿਉਂਕਿ ਉਸਦੇ ਵਾਅਦਿਆਂ ਦੀ ਜਿਹੜੀਆਂ ਨਿਸ਼ਾਨੀਆਂ ਆ, ਉਸਨੇ ਆਪਣੇ ਕੋਲ ਰੱਖੀਆਂ। ਉਸਦੇ ਕੋਲ ਰੱਖੀਆਂ 7 ਆਤਮਾਵਾਂ ਦੇ ਬਾਰੇ ਅਸੀਂ ਦੇਖਾਂਗੇ, ਸਿੰਘਾਸਨਾਂ ਦੇ ਬਾਰੇ ਦੇਖਾਂਗੇ। ਲੇਕਿਨ ਜਿਸ ਵੇਲੇ ਅਸੀਂ ਇਨਸਾਨਾਂ ਨੂੰ ਪ੍ਰਭੂ ਦੀ ਪ੍ਰਸਤੁਤ ਕਰਦੇ ਦੇਖਦੇ ਪਏ ਹਾਂ, ਤੇ ਦੇਖੋ ਉਹ ਕੀ ਕਹਿ ਰਹੇ ਆ। ਉਹ ਕਹਿੰਦੇ, ਤੂੰ ਹੈ ਸਾਡਾ ਪ੍ਰਭੂ ਪਰਮੇਸ਼ਰ, ਜੋ ਮਹਿਮਾ, ਆਦਰ ਅਤੇ ਬਲ ਪ੍ਰਾਪਤੀ ਦੇ ਯੋਗ ਹੈ, ਕਿਉਂਕਿ ਤੂੰ ਸਭ ਚੀਜ਼ਾਂ ਦੀ ਰਚਨਾ ਕੀਤੀ। ਕਿਉਂਕਿ ਤੂੰ ਸਭ ਚੀਜ਼ਾਂ ਦੀ ਰਚਨਾ ਕੀਤੀ ਹੈ, ਤੇਰੀ ਇੱਛਾ ਤੋਂ ਹੀ ਉਹਨਾਂ ਨੂੰ ਹੋਂਦ ਮਿਲੀ ਹੈ। ਹੋਂਦ
ਹੋਂਦ ਮਿਲੇ ਅਤੇ ਉਹ ਰਚੀਆਂ ਗਈਆਂ ਹਨ ਔਰ ਉਹਦੇ ਦੁਆਰਾ ਹੀ, ਉਹਦੇ ਹੁਕਮ ਦੁਆਰਾ ਹੀ ਉਹ ਸੰਭਾਲੀਆਂ ਗਈਆਂ ਔਰ ਉਹਦੇ ਲਹੂ ਦੇ ਦੁਆਰਾ ਹੀ ਉਹ ਬਚਾਈਆਂ ਗਈਆਂ। ਜਿਹੜੀ ਲਹੂ ਦੀ ਅਸੀਂ ਲਾਈਨ ਦੇਖਦੇ ਪਏ ਹਾਂ, ਉਸ ਦੇ ਲਹੂ ਦੇ ਦੁਆਰਾ ਹੀ ਉਹ ਬਚਾਈਆਂ। ਮੰਗਲਵਾਰ ਨੂੰ ਅਸੀਂ ਸ਼ੁਰੂ ਕਰਾਂਗੇ ਸੈਕੰਡ ਪਾਰਟ ਆਫ ਦਾ ਬਾਈਬਲ, ਪੁਰਾਣੇ ਨਿਯਮ ਦਾ। ਕੌਮਾਂ ਨੂੰ ਸਾਰੀਆਂ ਕੌਮਾਂ ਬਣਦੀਆਂ ਦੇਖਾਂਗੇ ਔਰ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਇਨਸਾਨ ਨੇ ਪੂਜਾ ਸ਼ੁਰੂ ਕਰ ਦਿੱਤੀ, ਜਿਹੜੀ ਅੱਜ ਤੱਕ ਹੋ ਰਹੀ ਆ, ਉਸ ਨੂੰ ਦੇਖਾਂਗੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਸਾਡਾ ਮਹਾਨ ਪਰਮੇਸ਼ਰ ਆ, ਦਿਆਲੂ, ਕਿਰਪਾਲੂ, ਗੁੱਸਾ ਕਰਨ ਦੇ ਵਿੱਚ ਮੱਠਾ। ਔਰ ਪ੍ਰਭੂ ਜੀ ਅਸੀਂ ਆਪਣੇ ਆਪ ਨੂੰ ਇਸ ਵੇਲੇ ਤੇਰੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ ਹਾਂ ਔਰ ਸੁਣਾ 24 ਬਜ਼ੁਰਗਾਂ ਦੇ ਨਾਲ ਪ੍ਰਭੂ ਜੀ ਅਸੀਂ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਕੇ ਪ੍ਰਭੂ ਜੀ ਇਹ ਦੁਆ ਕਰਦੇ, ਤੂੰ ਪ੍ਰਭੂ ਧੰਨ, ਤੂੰ ਮਹਾਬਲੀ ਹੈ, ਤੂੰ ਸਭ ਚੀਜ਼ਾਂ ਦੀ ਰਚਨਾ ਕੀਤੀ ਹੈ ਔਰ ਪ੍ਰਭੂ ਜੀ ਸਾਨੂੰ ਜਿਸ ਜਿਸ ਚੀਜ਼ ਦੀ ਜ਼ਰੂਰਤ ਹੈ ਪ੍ਰਭੂ ਜੀ ਤੇਰੇ ਹੱਥ ਨੇ, ਤੇਰੇ ਸ਼ਬਦ ਨੇ ਉਹ ਸਾਰੀਆਂ ਬਣਾਈ। ਮੇਰੇ ਪਿਆਰੇ ਪ੍ਰਭੂ ਤੂੰ ਸਾਡੀਆਂ ਸਭ ਜ਼ਰੂਰਤਾਂ ਨੂੰ ਜਾਣਦਾ ਹੈ। ਪਰ ਪ੍ਰਭੂ ਜੀ ਜਿਹੜੀ ਤੇਰੀ ਇੱਕ ਜ਼ਰੂਰਤ ਆ ਉਹ ਇਹ ਹੈ ਕਿ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਬੈਠੀਏ, ਤੇਰੇ ਪਿਆਰ ਦੇ ਵਿੱਚ ਪ੍ਰਭੂ ਜੀ ਬੈਠੀਏ, ਜਿਸ ਦਾ ਇੰਤਜ਼ਾਮ ਤੂੰ ਕੀਤਾ। ਕਿ ਇੱਕ ਸਮਾਂ ਸੀ ਪ੍ਰਭੂ ਜੀ ਸਾਡੇ ਵਿੱਚ ਤੇ ਤੇਰੇ ਵਿੱਚ ਇੱਕ ਕੰਧ ਸੀ, ਇੱਕ ਪਰਦਾ ਸੀ, ਲੇਕਿਨ ਪ੍ਰਭੂ ਜੀ ਯਿਸੂ ਮਸੀਹ ਨੇ ਉਸ ਦਰਵਾਜ਼ੇ ਨੂੰ ਸਾਡੇ ਲਈ ਖੋਲ ਦਿੱਤਾ ਤਾਂ ਕਿ ਅਸੀਂ ਅੰਦਰ ਬਾਹਰ ਆਇਆ ਜਾਇਆ ਕਰੀਏ ਔਰ ਤੇਰੇ ਵਿਚਾਰਾਂ ਪਾਇਆ ਕਰੀਏ। ਪਿਆਰੇ ਪ੍ਰਭੂ ਇਸ ਵਚਨ ਦੇ ਨਾਲ ਤੂੰ ਸਾਨੂੰ ਜੋ ਤਾਕਤ ਮਿਲੀ ਪ੍ਰਭੂ ਜੀ, ਤੂੰ ਇਹ ਤਾਕਤ ਸਾਡੇ ਨਾਲ ਹੁਣ ਬਣੀ ਰਹੇ। ਤੇਰਾ ਪਿਆਰ ਸਾਡੇ ਸਭ ਦੇ ਨਾਲ ਬਣਿਆ ਰਹੇ। ਤੂੰ ਮੇਰੇ ਸਭ ਭੈਣਾਂ ਭਰਾਵਾਂ ਦੀਆਂ ਜ਼ਰੂਰਤਾਂ ਨੂੰ ਜਾਣਦਾ। ਖੁਦਾਵੰਦ ਮੈਂ ਆਪਣੀ ਮਾਂ ਸਤਨਾਮ ਕੌਰ ਹੈਰੀ ਦੇ ਲਈ ਦੁਆ ਕਰਦਾ ਪ੍ਰਭੂ ਜੀ, ਉਸਦਾ ਆਪਰੇਸ਼ਨ ਹੋਇਆ, ਅੱਖਾਂ ਦਾ ਆਪਰੇਸ਼ਨ ਹੋਇਆ ਪ੍ਰਭੂ ਜੀ, ਤੂੰ ਆਪਣੀ ਤੰਦਰੁਸਤੀ ਵਾਲਾ ਹੱਥ ਵਧਾ ਔਰ ਆਪਣੀ ਬੰਦੀ ਨੂੰ ਤੰਦਰੁਸਤੀ ਦੇ। ਅੰਕਲ ਹੁਣਾਂ ਦੇ ਨਾਲ ਵੀ ਬਣਿਆ ਰਹੇ, ਭਾਰੇ ਦੇ ਨਾ ਪ੍ਰਭੂ ਜੀ ਸਾਰੇ ਪਰਿਵਾਰ ਦੇ ਉੱਤੇ। ਖੁਦਾਵੰਦ ਤੂੰ ਤੇਰਾ ਸ਼ੁਕਰ ਹੈ ਕਿ ਜਿੱਦਾਂ ਦੇ ਸਾਡੇ ਦਿਨ ਹੁੰਦੇ ਉਦਾਂ ਦੀ ਤੇਰੀ ਤਾਕਤ ਹੁੰਦੀ। ਮਾਨਵ ਨੂੰ ਵੀ ਪ੍ਰਭੂ ਜੀ ਤੇਰੀ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ। ਸਾਡੇ ਸਾਰਿਆਂ ਬੱਚਿਆਂ ਦੇ ਨਾਲ ਤੂੰ ਬਣਿਆ ਰਹਿ, ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖ ਖੁਦਾਵੰਦ। ਔਰ ਤੇਰੀ ਸਿਰਫ ਤੇਰੀ ਔਰ ਤੇਰੀ ਬੁੱਧੀ ਪ੍ਰਭੂ ਜੀ ਉਹਨਾਂ ਦੇ ਨਾਲ ਬਣੀ ਰਹੇ। ਸਾਡੀ ਬੁੱਧੀ ਤੋਂ ਵੀ ਪ੍ਰਭੂ ਜੀ ਤੂੰ ਉਹਨਾਂ ਨੂੰ ਬਚਾ ਕੇ ਰੱਖੇ। ਮੇਰੇ ਪਿਆਰੇ ਪ੍ਰਭੂ ਜਦ ਤੱਕ ਅਸੀਂ ਦੁਆਰਾ ਮਿਲੀਏ ਸਾਨੂੰ ਹਰ ਪਾਸਿਓਂ ਤੂੰ ਸੰਭਾਲ ਕੇ ਰੱਖੇ। ਤੇਰੀ ਦਇਆ, ਤੇਰੀ ਕਿਰਪਾ ਸਾਨੂੰ ਸੰਭਾਲ ਕੇ ਰੱਖੇ। ਸਾਡੇ ਅੱਗੇ ਪਿੱਛੇ, ਸੱਜੇ ਖੱਬੇ, ਉੱਪਰ ਥੱਲੇ, ਸੱਤੇ ਪਾਸਿਓਂ। ਇਸੇ ਕਰਕੇ ਪ੍ਰਭੂ ਜੀ ਤੇਰੇ ਸਿੰਘਾਸਨ ਦੇ ਮੋਹਰੇ 7 ਜੋਤਾਂ ਹੈ ਜੋ ਸਾਨੂੰ ਸੱਤੇ ਪਾਸਿਓਂ ਰੋਸ਼ਨੀ ਦਿੰਦੀ ਹੈ। ਸਾਡੇ ਅੱਗੇ ਪਿੱਛੇ, ਸੱਜੇ ਖੱਬੇ, ਉੱਪਰ ਔਰ ਪੈਰਾਂ ਦੇ ਵਿੱਚ ਤੇਰਾ ਵਚਨ ਮੇਰੇ ਪਿਆਰਾਂ ਦਾ ਚਾਨਣ ਔਰ ਸਾਡੇ ਅੰਦਰ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਨਾਲ। ਮੇਰੇ ਪਿਆਰੇ ਪ੍ਰਭੂ ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਇਹ ਸਭ ਕੁਝ ਮੰਗਦੇ ਹਾਂ। ਮੇਰੇ ਪਿਆਰੇ ਪ੍ਰਭੂ ਤੂੰ ਸਾਨੂੰ ਤੇਰਾ ਹੱਥ ਸਾਨੂੰ ਸੰਭਾਲ ਕੇ ਰੱਖੇ ਯਿਸੂ ਦੇ ਨਾਮ ਦੇ ਵਿੱਚ। ਬਲੈਸ ਯੂ। ਟਿਊਜ਼ਡੇ ਨੂੰ ਮਿਲਾਂਗੇ ਔਰ ਟਿਊਜ਼ਡੇ ਨੂੰ ਆਪਾਂ ਇਸ ਤੋਂ ਅੱਗੇ ਸ਼ੁਰੂ ਕਰਾਂਗੇ।